पौलुस रसूल दी दूजी पत्री कुरंथियां नूं उसका पहला पाप। लिखतुम पौलुस जिहड़ा परमेश्वर दी इच्छा तो मसीह यसू दा रसूल हाँ, नाले साडा भरा तीमुथियुस अगे जोग परमेश्वर दी कलीसिया नूं जिहड़ी कुरंथियस विच है, उन्हां सबना संतां सने अते सारे अखाया विच हन, साडे पिता परमेश्वर और प्रभु यसू मसीह दे वल्लों तुहानूं किरपा ते शांति हुंदी रहे। मुबारक है साडे प्रभु यसू परमेश्वर दा पिता अते पिता जिहड़ा दयालगियां दा पिता अते सब दिलासे दा परमेश्वर है, अते जो साडियां बिपतावां विच सानूं दिलासा दिंदा है, भई असीं उस दे दिलासे तो जिन्नूं असां परमेश्वर वल्लों पाया है, उन्हां नूं हर बिपता विच दिलासा देण दे जोग होईए। क्योंकि जिवें मसीह दे दुख साडे लई बाहले हन, अते तिवें साडा दिलासा भी मसीह दे राहीं बाहला है। परंतु असीं भावें बिपता भोगदे हां, पर ਇਹ ਤੁਹਾਡੇ ਵਿੱਚ ਦਿਲਾਸੇ ਅਤੇ ਮੁਕਤੀ ਲਈ ਹੈ। ਭਾਵੇਂ ਅਸੀਂ ਦਿਲਾਸਾ ਪਾਉਂਦੇ ਹਾਂ, ਪਰ ਇਹ ਤੁਹਾਡੇ ਦਿਲਾਸੇ ਲਈ ਹੈ, ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਚੱਲਣ ਅਤੇ ਗੁਰਕਾਰੀ ਹੈ ਜੋ ਅਸੀਂ ਚੱਲਦੇ ਹਾਂ। ਉਹ ਤੁਹਾਡੇ ਲਈ ਅਤੇ ਸਾਡੀ ਆਸ ਪੱਕੀ ਹੈ, ਕਿਉਂ ਜੋ ਅਸੀਂ ਜਾਣਦੇ ਹਾਂ ਭਾਈ ਜਿਵੇਂ ਤੁਸੀਂ ਦੁੱਖ ਵਿੱਚ ਸਾਡੇ ਸਾਂਝੀ ਹੋਵੋ ਅਤੇ ਤਿਵੇਂ ਦਿਲਾਸੇ ਵਿੱਚ ਵੀ। ਹੇ ਮੇਰੇ ਭਰਾਓ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਆਸੀਆ ਵਿੱਚ ਸਾਡੇ ਉੱਤੇ ਆਣ ਪਈ, ਭਾਈ ਜੋ ਅਸੀਂ ਆਪਣੇ ਵਿੱਚੋਂ ਬਾਹਰ ਅੰਤਿਅਤ ਦੱਬੇ ਗਏ ਅਤੇ ਇੱਥੋਂ ਤੋੜੀ ਭਾਈ ਅਸੀਂ ਜਿਉਣ ਤੋਂ ਵੀ ਹੱਥਲ ਹੋ ਬੈਠੇ। ਸਗੋਂ ਤੁਸੀਂ ਆਪੋ ਆਪਣੇ ਵਿੱਚ ਆਪ ਮੌਤ ਦਾ ਹੁਕਮ ਪਾ ਚੁੱਕੇ ਹੋ, ਭਾਈ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ਵਰ ਦਾ ਜਿਹੜਾ ਮੁਰਦਿਆਂ ਨੂੰ ਜਵਾਲਦਾ ਹੈ ਆਸਰਾ ਰੱਖੀਏ, ਜਿਨਨੇ ਸਾਨੂੰ ਇਹੋ ਜਿਹੀ ਡਾਢੀ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ, ਅਤੇ ਉਸ ਉੱਤੇ ਆਸ ਰੱਖੀ ਜੋ ਉਹ ਫੇਰ ਸਾਨੂੰ ਛੁਡਾਵੇਗਾ। ਤੁਸੀਂ ਰਲ ਕੇ ਬੇਨਤੀ ਕਰੋ ਅਤੇ ਨਾਲ ਸਾਡਾ ਪਰਮੇਸ਼ਵਰ ਦੀ ਉਪਾਸਨਾ ਕਰੋ, ਅਤੇ ਉਹਦੀ ਦਾਤ ਬਹੁਤਿਆਂ ਨੂੰ ਸਾਡੇ ਰਾਹੀਂ ਮਿਲੇ ਅਤੇ ਉਹਦੇ ਬਹੁਤ ਲੋਕ ਸਾਡੇ ਲਈ ਧੰਨਵਾਦ ਵੀ ਕਰਨ। ਸਾਡਾ ਅਭਿਮਾਨ ਤਾਂ ਇਹ ਹੈ ਜੋ ਅੰਧ ਕਰਨ ਗਵਾਹੀ ਦਾ, ਅਤੇ ਸਾਡਾ ਚਲਨ ਜਗਤ ਵਿੱਚ ਖਾਸ ਕਰਕੇ ਤੁਹਾਡੇ ਵਿੱਚ ਸਰੀਰਕ ਗਿਆਨ ਤੋਂ ਨਹੀਂ, ਸਗੋਂ ਪਰਮੇਸ਼ਵਰ ਦੀ ਕਿਰਪਾ ਅਤੇ ਪਵਿੱਤਰਤਾਈ ਤੋਂ ਅਤੇ ਨਿਸ਼ਕਪਤਾ ਤੋਂ ਜੋ ਪਰਮੇਸ਼ਵਰ ਦੇ ਜੋਗ ਰਿਹਾ ਹੈ। ਕਿਉਂ ਜੋ ਅਸੀਂ ਹੋਰ ਗੱਲਾਂ ਨਹੀਂ ਸਗੋਂ ਉਹ ਗੱਲਾਂ ਤੁਹਾਡੇ ਵੱਲ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਵਾਚਦੇ ਹੋ ਅਥਵਾ ਮੰਨਦੇ ਹੋ, ਅਤੇ ਤੁਸਾਂ ਮੈਨੂੰ ਆਸ ਹੈ ਜੋ ਤੁਸੀਂ ਅੰਤ ਤਿੱਕਰ ਮੰਨੋਗੇ, ਅਤੇ ਜਿਵੇਂ ਤੁਸਾਂ ਸਾਨੂੰ ਕੁਝ ਮੰਨ ਵੀ ਲਿਆ ਹੈ ਭਾਈ ਯਸੂ ਪ੍ਰਭੂ ਦੇ ਦਿਨ ਅਸੀਂ ਤੁਹਾਡਾ ਅਭਿਮਾਨ ਹਾਂ, ਅਤੇ ਜਿਵੇਂ ਤੁਸਾਂ ਵੀ ਸਾਡਾ। ਅਸੀਂ ਇਸ ਭਰੋਸੇ ਨਾਲ ਦਲੀਲ ਕੀਤੀ ਕਿਉਂ ਜੋ ਪਹਿਲਾਂ ਤੁਹਾਡੇ ਕੋਲ ਆਵਾਂ, ਜੋ ਤੁਹਾਨੂੰ ਦੂਜੀ ਵਾਰ ਆਨੰਦ ਪ੍ਰਾਪਤ ਹੋਵੇ, ਅਤੇ ਤੁਹਾਥੋਂ ਹੋ ਕੇ ਮਕਦੂਨੀਆ ਨੂੰ ਜਾਵਾਂ ਅਤੇ ਫਿਰ ਮਕਦੂਨੀਆ ਤੋਂ ਤੁਹਾਡੇ ਕੋਲ ਆਵਾਂ ਅਤੇ ਤੁਹਾਡੇ ਕੋਲੋਂ ਯਹੂਦੀਆਂ ਵੱਲ ਪਹੁੰਚਾਇਆ ਜਾਵਾਂ। ਅਤੇ ਜਦ ਮੈਂ ਉਹ ਦਲੀਲ ਕੀਤੀ ਤਾਂ ਫਿਰ ਕੀ ਮੈਂ ਕੁਝ ਚੰਚਲਤਾਈ ਦੀ ਕੀਤੀ, ਅਥਵਾ ਜੋ ਮੈਂ ਦਲੀਲ ਕਰਦਾ ਹਾਂ ਸਰੀਰ ਦੇ ਅਨੁਸਾਰ ਕਰਦਾ ਹਾਂ, ਭਾਈ ਮੈਥੋਂ ਹਾਂ ਹੀ ਹੋਵੇ ਅਤੇ ਨਾ ਹੀ ਨਾ ਹੋਵੇ। ਜਿਹਦਾ ਪਰਮੇਸ਼ਵਰ ਵਫਾਦਾਰ ਹੈ, ਸਾਡਾ ਵਚਨ ਤੁਹਾਡੇ ਨਾਲ ਹੈ, ਅਤੇ ਨਾ ਦੋਨੋਂ ਨਹੀਂ, ਪਰਮੇਸ਼ਵਰ ਦਾ ਪੁੱਤਰ ਯਿਸੂ ਮਸੀਹ ਜਿਹਦੀ ਅਸਾਂ ਅਰਥਾਤ ਮੈਂ ਸਿਲਵਾਨੂਸ ਅਤੇ ਤਿਮੋਥਿਉਸ ਨੇ ਤੁਹਾਡੇ ਅੱਗੇ ਪ੍ਰਚਾਰ ਕੀਤਾ, ਸੋ ਹਾਂ ਦੀ ਹਾਂ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ। ਕਿਉਂ ਜੋ ਪਰਮੇਸ਼ਵਰ ਦੀਆਂ ਪ੍ਰਤਿਗਿਆਵਾਂ ਭਾਵੇਂ ਕਿੰਨੀਆਂ ਹੀ ਹੋਣ ਅਤੇ ਉਸ ਵਿੱਚ ਹਾਂ ਹੀ ਹਾਂ ਹੈ, ਅਤੇ ਉਸ ਲਈ ਉਹਦੇ ਰਾਹੀਂ ਆਮੀਨ ਵੀ ਹੈ। ਭਾਈ ਸਾਡੇ ਦੁਆਰਾ ਪਰਮੇਸ਼ਵਰ ਦੀ ਉਪਮਾ ਹੋਵੇ, ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ, ਅਤੇ ਜਿਹਨੇ ਸਾਨੂੰ ਥਾਪਿਆ ਉਹ ਪਰਮੇਸ਼ਵਰ ਹੈ। ਉਹਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਮਨਾਂ ਵਿੱਚ ਸਾਨੂੰ ਆਤਮਾ ਵੀ ਸਾਈ ਦਿੱਤੀ। ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ਵਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ, ਜੋ ਮੈਂ ਤੁਹਾਥੋਂ ਬਚਾਅ ਕਰਕੇ ਹੁਣ ਇਸ ਕੁਰੰਥੀਅਸ ਨੂੰ ਨਹੀਂ ਆਇਆ। ਇਹ ਨਹੀਂ ਜੋ ਅਸੀਂ ਤੁਹਾਡੀ ਨੇਚਾ ਉੱਤੇ ਚੱਲਦੇ ਹਾਂ, ਸਗੋਂ ਤੁਹਾਡੇ ਆਨੰਦ ਦਾ ਉਪਰਾਲਾ ਕਰਨ ਵਾਲੇ ਹਾਂ, ਕਿਉਂ ਜੋ ਤੁਸੀਂ ਨੇਚਾ ਵਿੱਚ ਦ੍ਰਿੜ ਹੋ। ਦੂਜਾ ਬਾਪ। ਪਰ ਮੈਂ ਤੁਹਾਡੇ ਕੋਲੋਂ ਇਹ ਠਾਣ ਲਿਆ ਹੈ ਭਾਈ ਤੁਹਾਡੇ ਕੋਲ ਫੇਰ ਦੁੱਖ ਨਾ ਲਵਾਂ, ਅਤੇ ਜੇ ਮੈਂ ਤੁਹਾਨੂੰ ਦੁਖੀ ਕਰਾਂ ਅਤੇ ਉਹਦੇ ਬਿਨਾਂ ਜਿਹਨੂੰ ਮੈਂ ਦੁਖੀ ਕੀਤਾ ਹੈ ਮੇਰਾ ਪ੍ਰਸੰਨ ਕਰਨ ਵਾਲਾ ਕੌਣ ਹੈ। ਅਤੇ ਮੈਂ ਇਹੋ ਗੱਲ ਲਿਖੀ ਸੀ ਭਾਈ ਕਿਤੇ ਮੈਂ ਆਣ ਕੇ ਉਹਨਾਂ ਵੱਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਨੇ ਵੱਲੋਂ ਮੈਨੂੰ ਆਨੰਦ ਹੋਣਾ ਚਾਹੀਦਾ ਹੈ। ਕਿਉਂ ਜੋ ਤੁਸਾਂ ਸਭਨਾਂ ਉੱਤੇ ਮੈਨੂੰ ਭਰੋਸਾ ਹੈ ਭਾਈ ਮੇਰਾ ਆਨੰਦ ਤੁਸਾਂ ਸਭਨਾਂ ਦਾ ਆਨੰਦ ਹੈ। ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਕੇਰ ਕੇ ਤੁਹਾਨੂੰ ਲਿਖਿਆ ਹੈ, ਸੋ ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਵੋ, ਸਗੋਂ ਇਸ ਲਈ ਜੋ ਤੁਸੀਂ ਉਸ ਪ੍ਰੇਮ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਵਧੀਕ ਕਰਦਾ ਹਾਂ। ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁਝ ਕੁ
तुसां सबनां नूं दुख दिता है। इसे जिहे मनुख इस लई ताड़ना जो बहुतिਆਂ ਨੂੰ ਹੋਈ ਤੋਂ ਬਥੇਰੀ ਹੈ, ਸੋ ਉਲਟਾ ਦਿੱਤਾ ਤੁਹਾਨੂੰ ਚਾਹੀਦਾ ਹੈ ਜੋ ਉਹਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ। ਮਤੇ ਬਹੁਤਾ ਗਮ ਇਹੋ ਜਿਹੇ ਮਨੁੱਖਾਂ ਨੂੰ ਨਾ ਖਾ ਜਾਵੇ। ਅਤੇ ਪ੍ਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ, ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਹੈ ਜੋ ਤੁਸੀਂ ਤੁਹਾਨੂੰ ਪਰਖ ਕੇ ਤੁਹਾਨੂੰ ਵੇਖਾਂ ਭਈ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ। ਪਰ ਜਿਹਨੂੰ ਕੁਝ ਮਾਫ਼ ਕਰਦੇ ਹੋ ਮੈਂ ਵੀ ਕਰਦਾ ਹਾਂ, ਕਿਉਂ ਜੋ ਮੈਂ ਵੀ ਜੋ ਕੁਝ ਉਸਨੂੰ ਮਾਫ਼ ਕੀਤਾ ਹੈ, ਜੇ ਮੈਂ ਮਾਫ਼ ਕੀਤਾ ਹੈ ਤਾਂ ਮੈਂ ਤੁਹਾਡੇ ਨਿਮਿਤ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਹਾਂ। ਅਤੇ ਭਾਈ ਸ਼ੈਤਾਨ ਸਾਡੇ ਨਾਲ ਹੱਥ ਨਾ ਕਰ ਜਾਏ, ਕਿਉਂ ਜੋ ਅਸੀਂ ਉਹਦੇ ਚਾਲਿਆਂ ਤੋਂ ਅਣਜਾਣ ਨਹੀਂ। ਜਦ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਨੂੰ ਤ੍ਰਿਆਸ ਤੋਂ ਅਪੜਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਬੂਹਾ ਮੇਰੇ ਲਈ ਖੋਲ੍ਹਿਆ ਗਿਆ, ਤਾਂ ਜਦੋਂ ਮੈਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਤਾਂ ਮੇਰੇ ਆਤਮਾ ਨੂੰ ਚੈਨ ਨਾ ਆਇਆ। ਪਰ ਉਹਨਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨੀਆ ਨੂੰ ਗਿਆ। ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਫਤਹ ਦੇ ਕੇ ਇਸ ਲਈ ਫਿਰਦਾ ਹੈ, ਜੋ ਉਹਦੇ ਗਿਆਨ ਦੇ ਵਾਸਨਾ ਦੇ ਰਾਹੀਂ ਹੱਥੋਂ ਸਾਡੇ ਨਾਲ ਖਿਲਾਰਦਾ ਹੈ, ਕਿਉਂ ਜੋ ਅਸੀਂ ਪਰਮੇਸ਼ਵਰ ਦੇ ਲਈ ਉਹਨਾਂ ਵਿੱਚ ਜਿਹੜੀ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਹਨਾਂ ਵਿੱਚ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਇਹਨਾਂ ਨੂੰ ਮੌਤ ਦੇ ਲਈ ਮੌਤ ਬੋ, ਪਰ ਉਹਨਾਂ ਦੇ ਲਈ ਜੀਵਨ ਅਤੇ ਜੀਵਨ ਦੇ ਲਈ ਬੋਪਾ ਹਾਂ। ਅਤੇ ਇਹਨਾਂ ਗੱਲਾਂ ਦਾ ਜੋਗਾ ਹੋਣਾ ਕੌਣ ਹੈ? ਅਸੀਂ ਤਾਂ ਬਾਲਿਆਂ ਦੇ ਨਿਆਈ ਪਰਮੇਸ਼ਵਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਤਾ ਨਾਲ ਪਰਮੇਸ਼ਵਰ ਦੀ ਵੱਲੋਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਤੀਜਾ ਬਾਪ, ਕੀ ਅਸੀਂ ਫੇਰ ਆਪਣੀ ਨੇਕਨਾਮੀ ਦੱਸਣ ਲੱਗੇ ਹਾਂ ਅਥਵਾ ਕਈਆਂ ਕੁ ਸਾਨੂੰ ਵੀ ਕੁਝ ਤੁਹਾਡੇ ਕੋਲ ਜਾਂ ਤੁਹਾਡੇ ਵੱਲੋਂ ਨੇਕਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ? ਅਸੀਂ ਸਾਡੀ ਚਿੱਠੀ ਤੁਸੀਂ ਹੋ ਜਿਹੜੀ ਅਸਾਂ ਹਿਰਦਿਆਂ ਵਿੱਚ ਲਿਖੀ ਹੋਈ ਹੈ, ਜਿਹਨੂੰ ਸਭੇ ਮਨੁੱਖ ਜਾਣਦੇ ਹਨ ਅਤੇ ਪੜ੍ਹਦੇ ਹਨ। ਪਰਥਕ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਟਹਿਲ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੀ ਆਤਮਾ ਨਾਲ ਲਿਖੀ ਹੋਈ ਹੈ, ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੀ ਪੱਟੀਆਂ ਉੱਤੇ। ਅਸੀਂ ਮਸੀਹ ਦੇ ਰਾਹੀਂ ਪਰਮੇਸ਼ਵਰ ਉੱਤੇ ਅਜਿਹਾ ਭਰੋਸਾ ਰੱਖਦੇ ਹਾਂ, ਇਸ ਲਈ ਨਹੀਂ ਭਾਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਇਸ ਗੱਲ ਨੂੰ ਆਪਣੀ ਵੱਲੋਂ ਹੀ ਸਮਝੀਏ, ਸਗੋਂ ਸਾਡੀ ਯੋਗਤਾ ਪਰਮੇਸ਼ਵਰ ਵੱਲੋਂ ਹੈ ਅਤੇ ਜਿਨ੍ਹੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਹੈ। ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ, ਕਿਉਂ ਜੋ ਲਿਖਤ ਸਾਨੂੰ ਮਾਰ ਸੁੱਟਦੀ ਹੈ ਪਰ ਆਤਮਾ ਜਵਾਲਦਾ ਹੈ। ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉਕਰੀ ਹੋਈ ਸੀ ਇੰਨੇ ਤੇਜ਼ ਨਾਲ ਹੋਈ, ਤਾਂ ਮੂਸਾ ਦੇ ਮੁੱਖ ਦੇ ਤੇਜ ਅਤੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਰਾਇਲ ਦਾ ਵਸ ਅਤੇ ਉਹਦੇ ਮੁੱਖ ਦਾ ਵੱਲ ਤੱਕ ਨਾ ਸਕਿਆ, ਤਾਂ ਆਤਮਾ ਦੀ ਸੇਵਕਾਈ ਐਦੋਂ ਵੱਧ ਕੇ ਤੇਜ਼ ਨਾਲ ਕਿਉਂ ਨਾ ਹੋਵੇਗੀ। ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਤੇਜ਼ ਰੂਪ ਹੈ ਤਾਂ ਧਰਮ ਦੀ ਸੇਵਕਾਈ ਵੀ ਬਹੁਤ ਤੇਜ਼ ਨਾਲ ਹੋਵੇਗੀ। ਅਤੇ ਜੋ ਤੇਜ਼ਵਾਨ ਕੀਤੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅਤ ਵੱਡੇ ਤੇਜ਼ ਦੇ ਕਾਰਨ ਤੇਜ਼ਵਾਨ ਨਾ ਰਹੀ, ਕਿਉਂਕਿ ਜੇ ਉਹਨੇ ਆਪਣੇ ਵਿੱਚ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ਼ ਨਾਲ ਹੋਈ, ਜਿਹੜੀ ਥਿਰ ਰਹਿਣ ਵਾਲੀ ਅਤੇ ਕਿੰਨੀ ਵਧੀਕ ਤੇਜ਼ ਨਾਲ ਹੋਵੇਗੀ। ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨੇ ਤੜਕ ਬੋਲਦੇ ਹਾਂ ਅਤੇ ਮੂਸਾ ਵਾਂਗੂ ਨਹੀਂ, ਜਿਹਨੇ ਆਪਣੇ ਸੁੱਖ ਉੱਤੇ ਪੜਦਾ ਹੈ ਅਤੇ ਭਾਈ ਇਸਰਾਇਲ ਦੀ ਵੰਸ਼ ਉਸ ਤੋਂ ਅਲੋਪ ਹੋਣ ਵਾਲੇ ਦਾ ਔੜਕ ਨਾ ਵੇਖੇ। ਪਰ ਉਸ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜ੍ਹਨ ਵਿੱਚ ਉਹ ਪੜ੍ਹਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ, ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ। ਸਗੋਂ ਅੱਜ ਤੀਕਰ ਕਦੇ ਮੂਸਾ ਦਾ ਗ੍ਰੰਥ ਪੜ੍ਹਿਆ ਜਾਂਦਾ ਤਾਂ ਪੜ੍ਹਦਾ ਹੈ ਉਹਨਾਂ ਦਿਲਾਂ ਉੱਤੇ ਪਿਆ ਰਹਿੰਦਾ ਹੈ। ਅਤੇ ਜੋ ਕੋਈ ਪ੍ਰਭੂ ਦੀ ਵੱਲ ਫਿਰੇਗਾ ਉਹ ਪੜ੍ਹਦਾ ਚੁਫੇਰੋਂ ਚੁੱਕ ਲਿਆ ਜਾਵੇਗਾ ਅਤੇ ਪ੍ਰਭੂ ਦਾ ਆਤਮਾ, ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਹ ਉੱਥੇ ਹੀ ਆਜ਼ਾਦੀ ਹੈ। ਪਰ ਅਸੀਂ ਸਭ ਅਣਕੱਜੇ ਮੁੱਖ ਨਾਲ ਪ੍ਰਭੂ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚ ਪ੍ਰਤੀਬਿੰਬ ਵੇਖਦੇ ਹਾਂ, ਤੇਜ ਤੋਂ ਤੇਜ ਤੀਕਰ, ਜਿਵੇਂ ਪ੍ਰਭੂ ਅਰਥਾਤ ਉਹ ਆਤਮਾ ਤੋਂ ਉਸ ਰੂਪ ਵਿੱਚ ਬਦਲਦੇ ਜਾਂਦੇ ਹਾਂ। ਚੌਥਾ ਬਾਪ, ਉਪਰੰਤ ਜਦੋਂ ਅਸਾਂ ਇਹ ਸੇਵਕਾਈ ਪਾਈ ਤਾਂ ਜਿਵੇਂ ਸਾਡੇ ਉੱਤੇ ਦਇਆ ਹੋਈ, ਅਸਾਂ ਹੌਸਲਾ ਨਹੀਂ ਹਾਰਦੇ, ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਹਾਂ, ਨਾ ਪਰਮੇਸ਼ਵਰ ਦੇ ਵਚਨ ਵਿੱਚ ਰਲਾ ਪਾਉਂਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਅੰਤਕਰਨ ਵਿੱਚ ਪਰਮੇਸ਼ਵਰ ਦੇ ਅੱਗੇ
ਆਪਣਾ ਪ੍ਰਮਾਣ ਦਿੰਦੇ ਹਾਂ, ਅਤੇ ਜੋ ਸਾਡੀ ਖੁਸ਼ਖਬਰੀ ਪੜ੍ਹਦਾ ਹੈ ਤਾਂ ਉਹਨਾਂ ਦੇ ਅੱਗੇ ਕੱਜਿਆ ਹੋਇਆ ਹੈ, ਅਤੇ ਜਿਹੜੇ ਨਾਸ਼ ਹੋ ਰਹੇ ਹਨ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਅਤੇ ਬੇਪ੍ਰਤੀਤੀਆਂ ਦੀ ਬੁੱਧਾਂ ਅੰਨੀਆਂ ਕਰ ਦਿੱਤੀਆਂ ਹਨ, ਅਤੇ ਮਤੇ ਮਸੀਹ ਜੋ ਪਰਮੇਸ਼ਵਰ ਦਾ ਸਰੂਪ ਹੈ, ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਕਿਉਂ ਜੋ ਅਸੀਂ ਆਪਣਾ ਹੀ ਨਹੀਂ ਸਗੋਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ, ਭਈ ਉਹ ਪ੍ਰਭੂ ਹੈ, ਅਤੇ ਅਸੀਂ ਆਪ ਯਿਸੂ ਦੇ ਨਿਮਿਤ ਤੁਹਾਡੇ ਦਾਸ ਹਾਂ। ਕਿਉਂ ਜੋ ਪਰਮੇਸ਼ਵਰ ਜਿਹਨੇ ਆਖਿਆ ਸੀ, ਜੋ ਹਨੇਰਿਓਂ ਚਾਨਣ ਚਮਕੇ, ਉਹ ਸਾਡੇ ਮਨਿਆਂ ਵਿੱਚ ਚਮਕ ਚੁੱਕਿਆ ਹੈ, ਅਤੇ ਭਈ ਪਰਮੇਸ਼ਵਰ ਤੇਜ ਦਾ ਗਿਆਨ ਮਸੀਹ ਦੇ ਸੁੱਖ ਵਿੱਚ ਪ੍ਰਕਾਸ਼ ਕਰੇ। ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੀਆਂ ਭਾਂਡਿਆਂ ਵਿੱਚ ਹੈ, ਜੋ ਇਸ ਸਮਰੱਥਾ ਦਾ ਅਤ ਵੱਡਾ ਮਹਾਤਮ ਹੈ, ਪਰਮੇਸ਼ਵਰ ਦੀ ਵੱਲੋਂ, ਨਾ ਸਾਡੀ ਵੱਲੋਂ ਮਾਲੂਮ ਹੋਵੇ। ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ, ਪਰ ਮਿੱਧੇ ਨਹੀਂ ਗਏ, ਦੁਬਦਾ ਵਿੱਚ ਹਾਂ, ਪਰ ਹੱਦੋਂ ਵੱਧ ਨਹੀਂ, ਸਤਾਏ ਜਾਂਦੇ ਹਾਂ, ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ, ਪਰ ਨਾਸ਼ ਨਹੀਂ ਹੁੰਦੇ। ਅਸੀਂ ਯਿਸੂ ਮਸੀਹ ਦੇ ਮਰਨ ਨੂੰ ਆਪਣੀ ਦੇਹ ਵਿੱਚ ਸਦਾ ਲਈ ਫਿਰਦੇ ਹਾਂ, ਤਾਂ ਜੋ ਯਿਸੂ ਮਸੀਹ ਦਾ ਜੀਵਨ ਵੀ ਸਾਡੇ ਵਿੱਚ ਪ੍ਰਗਟ ਹੋਵੇ। ਕਿਉਂ ਜੋ ਅਸੀਂ ਜਿਉਂਦੇ ਹਾਂ, ਸੋ ਨਿਤ ਯਿਸੂ ਦੇ ਨਿਮਿਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ, ਭਈ ਯਿਸੂ ਮਸੀਹ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪ੍ਰਗਟ ਹੋਵੇ। ਸੋ ਮੌਤ ਤਾਂ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਪਾਉਂਦਾ ਹੈ। ਨੇਚਾ ਉਹ ਆਤਮਾ ਸਾਨੂੰ ਮਿਲਿਆ ਹੈ, ਜਿਵੇਂ ਲਿਖਿਆ ਹੋਇਆ ਹੈ, ਭਈ ਮੈਂ ਨੇਚਾ ਕੀਤੀ, ਇਸ ਲਈ ਬੋਲਿਆ, ਸੋ ਵੀ ਨੇਚਾ ਕਰਦੇ ਹਾਂ, ਇਸ ਲਈ ਬੋਲਦੇ ਹਾਂ। ਅਸੀਂ ਵੀ ਜਾਣਦੇ ਹਾਂ, ਭਈ ਜਿਨ੍ਹੇ ਪ੍ਰਭੂ ਯਿਸੂ ਮਸੀਹ ਨੂੰ ਜੁਆਲਿਆ, ਉਹ ਸਾਨੂੰ ਵੀ ਯਿਸੂ ਮਸੀਹ ਨਾਲ ਜੁਆਏਗਾ, ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜਾ ਕਰੇਗਾ। ਕਿਉਂਕਿ ਸਭੋ ਕੁਝ ਤੁਹਾਡੇ ਲਈ ਹੈ, ਭਈ ਬਾਲਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਵਰ ਦੀ ਵਡਿਆਈ ਅਤੇ ਧੰਨਵਾਦ ਨੂੰ ਬਹੁਤ ਹੀ ਵਧਾਵੇ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਛਿਨ ਪਰਦਾ ਹੈ, ਪਰ ਸਗੋਂ ਸਾਰੀ ਅਤ ਭਾਰੀ ਅਤੇ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ, ਅਤੇ ਦਿਸਣ ਵਾਲੀਆਂ ਵਸਤਾਂ ਨੂੰ ਨਹੀਂ, ਸਗੋਂ ਅਣਡਿੱਠ ਵੱਲ ਧਿਆਨ ਕਰਦੇ ਹਾਂ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨਿੱਤ ਹਨ, ਪਰ ਅਣਡਿੱਠੀਆਂ ਵਸਤਾਂ ਨਿੱਤ ਹਨ। ਪੰਜਵਾਂ ਬਾਬ। ਅਸੀਂ ਜਾਣਦੇ ਹਾਂ, ਭਈ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਉੱਤੇ ਹੈ ਢਹਿ ਪਵੇ, ਤਾਂ ਪਰਮੇਸ਼ਵਰ ਦੇ ਵੱਲੋਂ ਸਾਨੂੰ ਇੱਕ ਘਰ ਮਿਲੇਗਾ, ਜੋ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਵਿੱਚ ਬਣਿਆ ਹੋਇਆ ਹੈ। ਕਿਉਂ ਜੋ ਅਸੀਂ ਇਸ ਵਿੱਚ ਹੋਕੇ ਭਰਦੇ ਹਾਂ ਅਤੇ ਤਰਸਦੇ ਹਾਂ, ਭਈ ਆਪਣੇ ਵਸੇਰੇ ਨੂੰ ਜਿਹੜਾ ਸਵਰਗੋਂ ਹੈ ਉਦਾਲੇ ਲੈ ਆਈਏ, ਅਤੇ ਜੋ ਅਸੀਂ ਪਹਿਨੇ ਹੋਏ ਨੰਗੇ ਨਾ ਪਾਏ ਜਾਈਏ। ਕਿਉਂ ਜੋ ਅਸੀਂ ਇਸ ਤੰਬੂ ਵਿੱਚ ਹਾਂ, ਅਤੇ ਪਾਰ ਦੇ ਹੇਠ ਦੱਬੇ ਹੋਏ ਅਤੇ ਹੋਕੇ ਭਰਦੇ ਹਾਂ, ਅਤੇ ਇਹ ਨਹੀਂ ਜਾਣਦੇ ਭਈ ਇਸ ਨੂੰ ਲਾਹ ਸੁੱਟੀਏ, ਸਗੋਂ ਇਸ ਨੂੰ ਉਦਾਲੇ ਲੈ ਆਈਏ। ਜਿਹੜਾ ਮਰਨਹਾਰ ਹੈ, ਉਹ ਜੀਵਨ ਨਾਲ ਪੱਖ ਲਿਆ ਜਾਵੇ, ਅਤੇ ਜਿਨ੍ਹੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਹੈ, ਸੋ ਪਰਮੇਸ਼ਵਰ ਹੈ, ਜਿਨ੍ਹੇ ਸਾਨੂੰ ਆਤਮਾ ਦੀ ਸਾਈ ਦਿੱਤੀ ਹੈ। ਸੋ ਅਸੀਂ ਸਦਾ ਹੌਸਲਾ ਰੱਖਦੇ ਹਾਂ ਅਤੇ ਜਾਣਦੇ ਹਾਂ, ਭਈ ਜਿੰਨਾ ਚਿਰ ਅਸੀਂ ਦੇਹੀ ਦੇ ਘਰ ਵਿੱਚ ਹਾਂ, ਉਹਨਾਂ ਚਿਰ ਪ੍ਰਭੂ ਤੋਂ ਵਿਛੜੇ ਹੋਏ ਹਾਂ। ਕਿਉਂ ਜੋ ਅਸੀਂ ਨੇਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ। ਅਸੀਂ ਹੌਸਲਾ ਰੱਖਦੇ ਹਾਂ, ਇਸ ਲਈ ਚਾਹੁੰਦੇ ਹਾਂ, ਭਈ ਦੇਹੀ ਦਾ ਘਰ ਛੱਡ ਦੇਈਏ, ਪ੍ਰਭੂ ਕੋਲ ਜਾ ਵਸੀਏ। ਇਸੇ ਲਈ ਅਸਾਂ ਇਹ ਧਾਰਨਾ ਧਾਰੀ ਹੈ, ਭਾਵੇਂ ਅਸੀਂ ਇਸ ਦੇਸ਼ ਵਿੱਚ, ਭਾਵੇਂ ਪ੍ਰਦੇਸ਼ ਵਿੱਚ ਹੋਈਏ, ਭਾਵੇਂ ਉਹਨੂੰ ਪਾਉਂਦੇ ਰਹੀਏ, ਕਿਉਂ ਜੋ ਉਹ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਨ ਦੇ ਹੇਠ ਪ੍ਰਗਟ ਹੋਣਾ ਹੈ। ਭਾਈ ਹਰੇਕ ਜੋ ਕੁਝ ਉਸ ਦੀ ਦੇਹੀ ਵਿੱਚ ਕੀਤਾ, ਭਾਵੇਂ ਭਲਾ ਭਾਵੇਂ ਬੁਰਾ, ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹਦਾ ਫਲ ਭੋਗੇ। ਉਪਰੰਤ ਅਸੀਂ ਪ੍ਰਭੂ ਦਾ ਪੌਜ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ, ਅਤੇ ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ, ਅਤੇ ਮੈਨੂੰ ਆਸ ਹੈ ਜੋ ਤੁਹਾਡੇ ਅੰਤਕਰਨ ਵਿੱਚ ਵੀ ਪ੍ਰਗਟ ਹੋਵੇਗਾ। ਅਸੀਂ ਫਿਰ ਆਪਣੀ ਸੋਭਾ ਤੁਹਾਡੇ ਅੱਗੇ ਨਹੀਂ ਕਰਦੇ, ਸਗੋਂ ਤੁਹਾਨੂੰ ਸਾਡੇ ਵਿਖੇ ਅਭਿਮਾਨ ਕਰਨ ਦਾ ਵੇਲਾ ਦਿੰਦੇ ਹਾਂ, ਜੋ ਅਸੀਂ ਉਹਨਾਂ ਨੂੰ ਉੱਤਰ ਦੇ ਕੇ ਸਕੇ, ਜਿਹੜੇ ਵਿਖਾਵੇ ਦੇ ਅਤੇ ਅਭਿਮਾਨ ਕਰਦੇ ਹਨ, ਹਿਰਦੇ ਤੇ ਨਹੀਂ। ਅਸੀਂ ਭਾਵੇਂ ਬੇਸੁਰਤ ਹਾਂ ਤਾਂ ਪਰਮੇਸ਼ਵਰ ਦੇ ਲਈ ਹਾਂ, ਭਾਵੇਂ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ। ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ, ਕਿਉਂ ਜੋ ਅਸੀਂ ਇਹ ਵਿਚਾਰਦੇ ਹਾਂ, ਭਈ ਇੱਕ ਹੋਰ ਸਭਨਾਂ ਦੇ ਲਈ ਮੋਇਆ ਅਤੇ ਸਭੇ ਮੋਏ, ਅਤੇ ਉਹ ਸਭਨਾਂ ਦੇ ਲਈ ਮੋਇਆ, ਭਈ ਜਿਹੜੇ ਜਿਉਂਦੇ ਹਨ ਉਹ ਅਗਾਹਾਂ ਨੂੰ ਆਪਣੇ ਲਈ ਨਹੀਂ, ਸਗੋਂ ਉਹਦੇ ਲਈ ਜਿਉਣ ਜਿਹੜਾ ਉਹਨਾਂ ਲਈ ਮੋਇਆ ਹੈ ਅਤੇ ਫਿਰ ਜੀ ਉੱਠਿਆ। ਸੋ ਅਸੀਂ ਹੁਣ ਕਿਸ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ, ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ,
ਪਰ ਹੁਣ ਉਹ ਇਸ ਤਰ੍ਹਾਂ ਨਹੀਂ ਫਿਰ ਜਾਣਦੇ। ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੇਂ ਸ੍ਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਨਵੀਆਂ ਹੋ ਗਈਆਂ ਹਨ। ਪਰ ਸਾਰੀਆਂ ਗੱਲਾਂ ਪਰਮੇਸ਼ਵਰ ਤੋਂ ਹਨ, ਜਿਨ੍ਹੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਵਿੱਚ ਮਿਲਾ ਲਿਆ ਹੈ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ, ਅਰਥਾਤ ਪਰਮੇਸ਼ਵਰ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨੇ ਆਪਣੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। ਅਸੀਂ ਮਸੀਹ ਦੇ ਏਲਚੀ ਹਾਂ। ਭਈ ਜਾਣੋ, ਪਰਮੇਸ਼ਵਰ ਸਾਡੇ ਰਾਹੀਂ ਮਿਹਨਤ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ, ਜੋ ਤੁਸੀਂ ਪਰਮੇਸ਼ਵਰ ਨਾਲ ਮੇਲ ਮਿਲਾਪ ਕਰ ਲਓ। ਉਹਨੇ ਸਾਨੂੰ, ਜਿਹੜਾ ਪਾਪਾਂ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ, ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ ਬਣੀਏ। 6ਵਾਂ ਬਾਬ। ਅਸੀਂ ਉਹਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ, ਜੋ ਤੁਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਅਕਰਥ ਨਾ ਲਓ, ਕਿਉਂ ਜੋ ਉਹ ਆਖਦਾ ਹੈ, ਭਈ ਮੈਂ ਮਨ ਪਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ ਹੁਣ ਹੀ ਮਨ ਪਾਉਂਦਾ ਸਮਾਂ ਹੈ ਅਤੇ ਵੇਖੋ ਹੁਣ ਹੀ ਮੁਕਤੀ ਦਾ ਦਿਨ ਹੈ। ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖਾਉਂਦੇ, ਭਾਈ ਕਿਤੇ ਇਹ ਸੇਵਕਾਈ ਉੱਤੇ ਵਫਰ ਨਾ ਹੋਵੇ। ਅਤੇ ਪਰ ਜਿਵੇਂ ਪਰਮੇਸ਼ਵਰ ਦੇ ਸੇਵਕਾਂ ਦੇ ਯੋਗ ਹੈ, ਤਿਵੇਂ ਹੀ ਇੱਕ ਹੱਕ ਤੋਂ ਗੱਲ ਹੈ ਅਤੇ ਆਪਣੇ ਲਈ ਪ੍ਰਮਾਣ ਦਿੰਦੇ ਹਾਂ, ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ, ਕੋੜੇ ਬਖਾਨ ਤੋਂ, ਕੈਦ ਤੋਂ, ਕਮਸਾਨਾਂ ਤੋਂ, ਮਿਹਨਤ ਤੋਂ ਅਤੇ ਉਹਨਾਂ ਆਦੀਆਂ ਤੋਂ, ਫਾਕੀਆਂ ਤੋਂ, ਨਿਰਮਲਤਾਈ ਤੋਂ, ਗਿਆਨ ਤੋਂ, ਤੀਰਸ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਤਾ ਤੋਂ, ਪ੍ਰੇਮ ਤੋਂ, ਸੱਚਾਈ ਤੋਂ, ਪਰਮੇਸ਼ਵਰ ਦੀ ਸਮਰਥਾ ਤੋਂ, ਧਰਮ ਦਿਆਂ ਸ਼ਸਤਰਾਂ ਨਾਲ ਜਿਹੜੇ ਸੱਜੇ ਖੱਬੇ ਹਨ, ਪਤ ਅਤੇ ਬੇਪਤੀ ਨਾਲ, ਆਪਸ 'ਚ ਅਤੇ ਜਸ ਨਾਲ, ਛਲੀਆ ਜਿਹੇ ਪਰ ਸੱਚੇ ਹਾਂ, ਅਣਜਾਤੀਆਂ ਜਿਹੇ ਪਰ ਉਜਾਗਰ ਹਾਂ, ਮਰਨਾਊ ਜਿਹੇ ਪਰ ਵੇਖਣ ਜਿਉਂਦੇ ਹਾਂ, ਤਾੜੇ ਜਾਂਦੇ ਹਾਂ ਪਰ ਜਾਨੋਂ ਨਹੀਂ ਮਾਰੇ ਜਾਂਦੇ, ਉਦਾਸਾਂ ਜਿਹੇ ਹਾਂ ਪਰ ਆਨੰਦ ਕਰਦੇ ਹਾਂ, ਨਿਰਦਨਾ ਜਿਹੇ ਹਾਂ ਪਰ ਬਹੁਤਿਆਂ ਧਨੀਆਂ ਵਾਂਗੂ ਬਣਦੇ ਹਾਂ, ਪਲਿਓ ਸਖਣੀਆਂ ਜਿਹੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ। ਹੇ ਕੁਰਿੰਥੀਓ, ਸਾਡਾ ਮੂੰਹ ਤੁਹਾਡੇ ਵੱਲ ਖੁੱਲ੍ਹਾ ਹੈ, ਸਾਡਾ ਦਿਲ ਮੋਕਲਾ ਹੈ। ਸਾਡੇ ਵਿੱਚ ਤੁਹਾਡੇ ਲਈ ਰੋਕ ਨਹੀਂ, ਪਰ ਤੁਹਾਡੇ ਹਿਰਦਿਆਂ ਵਿੱਚ ਰੋਕ ਹੈ। ਹੁਣ ਤੁਸੀਂ ਉਹਦੇ ਵੱਟੇ, ਤੁਸੀਂ ਵੀ ਖੁੱਲ੍ਹੇ ਦਿਲ ਦੇ ਹੋਵੋ। ਮੈਂ ਤੁਹਾਨੂੰ ਆਪਣੇ ਬੱਚਿਆਂ ਵਾਂਗੂ ਆਖਦਾ ਹਾਂ, ਤੁਸੀਂ ਬੇਪ੍ਰਤੀਤੀਆਂ ਨਾਲ ਅਣਸਾਵੇ ਨਾ ਜਿੱਤੋ, ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ, ਜਾਂ ਚਾਨਣ ਦੇ ਹਨੇਰੇ ਨਾਲ ਕੀ ਮੇਲ ਹੈ ਅਤੇ ਮਸੀਹ ਦਾ ਬਲਿਆਲ ਨਾਲ ਕੀ ਮਿਲਾਪ ਹੈ, ਅਥਵਾ ਪ੍ਰਤੀਤਮਾਨ ਦਾ ਬੇਪ੍ਰਤੀਤੇ ਨਾਲ ਕੀ ਹਿੱਸਾ ਹੈ ਅਤੇ ਪਰਮੇਸ਼ਵਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ, ਤਾਂ ਕਿ ਅਸੀਂ ਅਕਾਲ ਪੁਰਖ ਦੀ ਹੈਕਲ ਹਾਂ। ਜਿਵੇਂ ਪਰਮੇਸ਼ਵਰ ਨੇ ਵਚਨ ਕੀਤਾ ਹੈ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। ਇਸ ਲਈ ਉਹਨਾਂ ਵਿੱਚੋਂ ਨਿਕਲ ਜਾਓ ਅਤੇ ਅੱਡ ਹੋਵੋ, ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਅਤੇ ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। 7ਵਾਂ ਬਾਬ। ਹੇ ਪਿਆਰਿਓ, ਜਦੋਂ ਇਹ ਵਚਨ ਸਾਨੂੰ ਦਿੱਤੇ ਹੋਏ ਹਨ, ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਪੌ ਨਾਲ ਪਵਿੱਤਰ ਆਤਮਾ ਨੂੰ ਸੰਪੂਰਨ ਕਰੀਏ। ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ। ਕਿਸੇ ਉੱਤੇ ਅਸਾਂ ਹਨੇਰਾ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਤੋਂ ਲਾਹਾ ਨਹੀਂ ਕੱਢਿਆ। ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ, ਕਿਉਂ ਜੋ ਮੈਂ ਅੱਗੇ ਨੂੰ ਹੀ ਕਿਹਾ ਸੀ ਕਿ ਭਈ ਤੁਸੀਂ ਸਾਡੇ ਹਿਰਦਿਆਂ ਵਿੱਚ ਰਹੋ, ਭਈ ਸਾਡਾ ਮਰਨ ਅਤੇ ਜਿਉਣ ਇਕੱਠਾ ਹੋਵੇ। ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ ਅਤੇ ਤੁਹਾਡੇ ਵਿਖੇ ਮੇਰਾ ਬਹੁਤ ਅਭਿਮਾਨ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ। ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਤੁਹਾਡੇ ਨਾਲ ਫੁਲਾ ਨਹੀਂ ਸਮਾਉਂਦਾ। ਜਦ ਅਸੀਂ ਮਕਦੂਨੀਆ ਵਿੱਚ ਆਏ, ਤਦ ਵੀ ਸਾਡੇ ਸਾਰੇ ਸਰੀਰ ਨੂੰ ਚੈਨ ਨਹੀਂ ਸੀ ਆਇਆ, ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸਾਂ, ਬਾਹਰੋਂ ਝਗੜੇ, ਅੰਦਰੋਂ ਤਗੜੇ। ਪਰ ਤੁਸੀਂ, ਉਹਨੇ ਵੀ ਹਰੇਕ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ, ਅਰਥਾਤ ਪਰਮੇਸ਼ਵਰ ਨੇ ਤੀਤੁਸ ਦੇ ਆਉਣ ਕਰਕੇ ਸਾਨੂੰ ਦਿਲਾਸਾ ਦਿੱਤਾ, ਅਤੇ ਨਿਰੇ ਉਸ ਦੇ ਆਉਣ ਕਰਕੇ ਹੀ ਨਹੀਂ, ਸਗੋਂ ਉਸ ਦੇ ਦਿਲਾਸੇ ਤੋਂ ਵੀ ਜਿਹੜਾ ਉਹਨੂੰ ਤੁਹਾਡੇ ਵਿੱਚ ਪ੍ਰਾਪਤ ਹੋਇਆ, ਅਤੇ ਸਾਨੂੰ ਸਾਡੀ ਲੋਚ ਅਤੇ ਸਾਡੇ ਸੋਗ ਤੁਹਾਡੀ ਅਣਖ ਦਾ, ਜੋ ਮੇਰੇ ਲਈ ਇਹ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ। ਕਿਉਂ ਜੋ ਮੈਂ ਭਾਵੇਂ ਆਪਣੀ ਪੱਤਰੀ ਨਾਲ ਤੁਹਾਨੂੰ ਉਦਾਸ ਵੀ ਕੀਤਾ, ਤਾਂ ਵੀ ਮੈਂ ਪਛਤਾਉਂਦਾ ਨਹੀਂ, ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ,
ਕਿਉਂ ਜੋ ਮੈਂ ਵੇਖਦਾ ਹਾਂ ਜੋ ਉਸ ਪੱਤਰੀ ਨੇ ਤੁਹਾਨੂੰ ਉਦਾਸ ਵੀ ਕੀਤਾ ਸੀ, ਭਾਵੇਂ ਥੋੜ੍ਹੇ ਚਿਰ ਤਿੱਕਰ। ਹੁਣ ਮੈਂ ਆਨੰਦ ਕਰਦਾ ਹਾਂ, ਇਸ ਲਈ ਨਹੀਂ ਸਗੋਂ ਤੁਸੀਂ ਉਦਾਸ ਹੋਏ, ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੌਬਾ ਹੈ। ਕਿਉਂ ਜੋ ਤੁਸੀਂ ਪਰਮੇਸ਼ਰ ਦੇ ਯੋਗ ਉਦਾਸ ਹੋਏ ਅਤੇ ਸਾਥੋਂ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋਏ। ਕਿਉਂ ਜੋ ਪਰਮੇਸ਼ਰ ਯੋਗ ਉਦਾਸੀ ਅਤੇ ਮੁਕਤੀ ਲਈ ਅਜਿਹੀ ਤੌਬਾ ਪੈਦਾ ਕਰਦਾ ਹੈ ਜਿਸ ਤੋਂ ਕੋਈ ਪਛਤਾਉਂਦਾ ਨਹੀਂ, ਪਰ ਸੰਸਾਰ ਦੀ ਉਦਾਸੀ ਮੌਤ ਹੈ। ਅਤੇ ਵੇਖੋ, ਤੁਹਾਡੀ ਉਹ ਪਰਮੇਸ਼ਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾ ਹੀ ਹੋਸ਼ ਅਤੇ ਕਿੰਨਾ ਹੀ ਉੱਤਰ ਦੇਣਾ ਅਤੇ ਕਿੰਨੀ ਹੀ ਖਿੱਚ ਅਤੇ ਕਿੰਨਾ ਹੀ ਪੈ ਅਤੇ ਕਿੰਨੀ ਹੀ ਲੋਚ, ਕਿੰਨੀ ਹੀ ਅਣਖ ਅਤੇ ਕਿੰਨਾ ਹੀ ਡੰਨ ਪੈਦਾ ਕੀਤਾ ਹੈ। ਤੁਸੀਂ ਹਰ ਤਰ੍ਹਾਂ ਆਪਣੇ ਨਾਲ ਇਹ ਪ੍ਰਮਾਣ ਦਿੱਤਾ ਭਾਈ ਅਸੀਂ ਇਸ ਗੱਲ ਦਾ ਸਾਫ਼ ਹਾਂ। ਗੱਲ ਕਾਦੀ ਭਾਈ ਮੈਂ ਤੁਹਾਨੂੰ ਲਿਖਿਆ, ਪਰ ਮੈਂ ਤਾਂ ਨਾ ਉਹਦੇ ਕਾਰਨ ਲਿਖਿਆ ਜਿਹਨੇ ਅਪਰਾਧ ਕੀਤਾ, ਨਾ ਉਹਦੇ ਕਾਰਨ ਜਿਹਦੇ ਅਪਰਾਧ ਹੋਇਆ, ਸਗੋਂ ਇਸ ਕਾਰਨ ਭਾਈ ਤੁਹਾਡਾ ਜੋਸ਼ ਜੋ ਤੁਹਾਡੇ ਲਈ ਹੈ ਸੋ ਪਰਮੇਸ਼ਰ ਦੇ ਹਜ਼ੂਰ ਪ੍ਰਗਟ ਹੋਵੇ। ਇਸ ਲਈ ਅਸਾਂ ਦਿਲਾਸਾ ਪਾਇਆ ਅਤੇ ਆਪਣੇ ਦਿਲਾਸੇ ਤੋਂ ਬਿਨਾਂ ਤੀਤੁਸ ਦੇ ਆਨੰਦ ਕਾਰਨ ਹੋਰ ਵੀ ਬਹੁਤ ਆਨੰਦ ਹਾਂ, ਕਿਉਂ ਜੋ ਉਹ ਆਤਮਾ ਦਾ ਤੁਸਾਂ ਸਭਨਾਂ ਤੋਂ ਤਾਜ਼ਾ ਹੋਇਆ। ਕਿਉਂਕਿ ਜੇ ਮੈਂ ਉਹਦੇ ਅੱਗੇ ਤੁਹਾਡੇ ਲਈ ਕਿਸੇ ਕੰਮ ਦਾ ਅਭਿਮਾਨ ਹੋਵੇ ਅਤੇ ਲੱਜਿਆਵਾਨ ਨਾ ਹੋਣਾ ਪਿਆ, ਜਿਵੇਂ ਤੁਸਾਂ ਤੁਹਾਡੇ ਮਨਾਂ ਵਿੱਚ ਗੱਲਾਂ ਸਾਰੀਆਂ ਸੋਚਾਂ ਆਖੀਆਂ, ਜਿਵੇਂ ਤੁਹਾਡਾ ਅਭਿਮਾਨ ਜਿਹੜਾ ਮੈਂ ਤੀਤੁਸ ਦੇ ਅੱਗੇ ਸੱਚਾ ਕੀਤਾ ਨਿਕਲਿਆ, ਅਤੇ ਤੁਸਾਂ ਉਹ ਸਭਨਾਂ ਆਗਿਆ ਦੀ ਨੂੰ ਚੇਤੇ ਰੱਖ ਕੇ ਤੁਸਾਂ ਉਸ ਨੂੰ ਕੀਕੁਰ ਪੈ ਦੇ ਅਤੇ ਕਾਂਬੇ ਨਾਲ ਉਸ ਨੂੰ ਕਬੂਲ ਕੀਤਾ। ਇਸ ਕਰਕੇ ਉਸ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ। ਮੈਂ ਆਨੰਦ ਹਾਂ ਜੋ ਹਰੇਕ ਗੱਲ ਤੁਹਾਡੇ ਵਿੱਚ ਮੇਰੀ ਖਾਤਰ ਨਿਸ਼ਾ ਹੈ। 8ਵਾਂ ਬਾਬ। ਹੇ ਪ੍ਰਭੂ, ਅਸੀਂ ਤੁਹਾਨੂੰ ਪਰਮੇਸ਼ਰ ਦੀ ਉਸ ਕਿਰਪਾ ਦੀ ਖਬਰ ਦਿੰਦੇ ਹਾਂ ਜਿਹੜੀ ਮਕਦੂਨੀਆ ਦੀ ਕਲੀਸਿਆ ਉੱਤੇ ਹੋਈ। ਭਾਈ ਕਿਸੇ ਤਰ੍ਹਾਂ ਨਾਲ ਬਿਪਤਾ ਦੇ ਵੱਡੇ ਪ੍ਰਤਾਵੇ ਵਿੱਚ ਉਹਨਾਂ ਦੇ ਆਨੰਦ ਦੀ ਬਹੁਤਾਇਤ ਅਤੇ ਉਹਨਾਂ ਦੀ ਡਾਢੀ ਗਰੀਬੀ ਨੇ ਉਹਨਾਂ ਦੀ ਅੱਤ ਦਿਲ ਖੁੱਡੀ ਨੂੰ ਤੁਹਾਨੂੰ ਉਦੀਕ ਕਰ ਦਿੱਤਾ ਹੈ। ਕਿਉਂ ਜੋ ਮੈਂ ਇਹ ਸਾਖੀ ਦਿੰਦਾ ਹਾਂ ਭਾਈ ਉਹਨਾਂ ਨੇ ਆਪਣੇ ਵਿੱਤ ਦੇ ਅਨੁਸਾਰ ਸਗੋਂ ਆਪਣੇ ਵਿੱਤੋਂ ਤੋਂ ਬਾਹਰ ਆਪਣੇ ਆਪ ਦਾਨ ਕੀਤਾ, ਅਤੇ ਉਹਨਾਂ ਵੱਡਿਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਾਈ ਸਾਡੇ ਉੱਤੇ ਉਸ ਪੁੰਨ ਦੇ ਅਤੇ ਉਸ ਕੰਮ ਦੇ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਸਾਂਝ ਹੋਵੇ, ਅਤੇ ਜਿਸ ਕਰਕੇ ਸਾਨੂੰ ਆਸਾ ਹੈ ਅਤੇ ਤਿਸ ਕਰਕੇ ਨਹੀਂ, ਸਗੋਂ ਪਹਿਲਾਂ ਪਰਮੇਸ਼ਰ ਦੀ ਇੱਛਾ ਨਾਲ ਉਹਨਾਂ ਨੂੰ ਆਪਣੇ ਆਪ ਪ੍ਰਭੂ ਦੇ ਅਤੇ ਸਾਡੇ ਨਾਲ ਵੀ ਅਰਪਣ ਕੀਤਾ। ਇੱਥੋਂ ਤੋੜੀ ਜੋ ਅਸਾਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਭਾਈ ਜਿਸ ਤਰ੍ਹਾਂ ਉਸ ਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਪੁੰਨ ਦੇ ਕੰਮ ਨੂੰ ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਸਿਰੇ ਚਾੜੇ। ਪਰ ਜੇ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਨਿਚਾ ਅਤੇ ਵਚਨ ਅਤੇ ਗਿਆਨ ਦੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚ ਜੋ ਤੁਹਾਡੇ ਵਿੱਚ ਸਾਡੇ ਨਾਲ ਹੈ ਵੱਧ ਗਏ ਹੋ, ਤਿਵੇਂ ਤੁਸੀਂ ਪੁੰਨ ਦੇ ਕੰਮ ਵੀ ਵੱਧ ਗਏ ਹੋ। ਮੈਂ ਤੁਹਾਨੂੰ ਇਹ ਹੁਕਮ ਨਾਲ ਨਹੀਂ ਪਰ ਹੋਰਨਾਂ ਨਾਲ ਜੋਸ਼ ਦੇ ਅਤੇ ਤੁਹਾਡੇ ਪ੍ਰੇਮ ਦੀ ਸੱਚਾਈ ਨੂੰ ਪਰਖਣ ਲਈ ਇਹ ਆਖਦਾ ਹਾਂ, ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਜੋ ਭਾਵੇਂ ਉਹ ਧਨੀ ਸੀ ਪਰ ਉਹਦੇ ਲਈ ਤੁਹਾਡੇ ਲਈ ਨਿਰਧਨ ਬਣਿਆ ਭਾਈ ਤੁਸੀਂ ਉਹ ਨਿਰਧਨਤਾਈ ਤੋਂ ਧਨੀ ਹੋ ਜਾਓ। ਔਰ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਭਲਾ ਹੈ ਜੋ ਤੁਸੀਂ ਪਰੋ ਤੋਂ ਨਹੀਂ, ਨਿਰਾ ਇਹ ਕੰਮ ਕਰਨ ਲਈ ਨਹੀਂ, ਸਗੋਂ ਉਸ ਦੀ ਮਨਸ਼ਾ ਵਿੱਚ ਵੀ ਪੀਰੀ ਹੋ ਜਾਓ। ਸੋ ਤੁਸੀਂ ਹੁਣ ਉਹ ਕੰਮ ਨੂੰ ਸਿਰੇ ਚਾੜੋ ਜਿਵੇਂ ਮਨਸ਼ਾ ਦੀ ਤਿਆਰੀ ਵੀ ਅਤੇ ਤਿਵੇਂ ਉਸ ਦੇ ਅਨੁਸਾਰ ਚਾੜਨਾ ਹੋਵੇ। ਜੇ ਮਨ ਦੀ ਤਿਆਰੀ ਅੱਗੇ ਅਤੇ ਉਸ ਦੇ ਸਾਰੇ ਅਨੁਸਾਰ ਜੋ ਕਿਸੇ ਕੋਲ ਹੈ ਪ੍ਰਵਾਨ ਹੁੰਦੀ ਹੈ, ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ। ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਭਾਈ ਹੋਰਨਾਂ ਨੂੰ ਸੌਖ ਅਤੇ ਤੁਹਾਨੂੰ ਔਖ ਹੋਵੇ, ਸਗੋਂ ਬਰਾਬਰੀ ਹੋਵੇ ਭਾਈ ਐਤਕੀ ਤੁਹਾਡਾ ਵਾਧਾ ਉਹਨਾਂ ਦੇ ਘਾਟੇ ਨੂੰ ਪੂਰਾ ਕਰੇ, ਤਾਂ ਜੋ ਉਹਨਾਂ ਦਾ ਵਾਧਾ ਤੁਹਾਡੇ ਵੀ ਘਾਟੇ ਨੂੰ ਪੂਰਾ ਕਰੇ, ਤਾਂ ਜੋ ਬਰਾਬਰੀ ਰਹੇ। ਜਿਵੇਂ ਲਿਖਿਆ ਹੋਇਆ ਹੈ, ਜਿਸ ਨੇ ਵੱਧ ਲਿਆ ਉਸ ਨੂੰ ਵੱਧ ਨਾ ਨਿਕਲਿਆ, ਅਤੇ ਜਿਸ ਨੇ ਘੱਟ ਲਿਆ ਉਸ ਦਾ ਘੱਟ ਨਾ ਨਿਕਲਿਆ। ਪਰ ਧੰਨਵਾਦ ਹੈ ਪਰਮੇਸ਼ਰ ਦਾ ਜਿਹੜਾ ਤੀਤੁਸ ਦੇ ਹਿਰਦੇ ਵਿੱਚ ਤੁਹਾਡੇ ਉੱਤੇ ਹੋਰ ਜੋਸ਼ ਪਾਉਂਦਾ ਹੈ, ਕਿਉਂ ਜੋ ਉਸਨੇ ਨਾ ਕੇਵਲ ਸਾਡੀ ਉਹ ਬੇਨਤੀ ਮੰਨ ਲਈ, ਸਗੋਂ ਵੱਡੇ ਜੋਸ਼ ਨਾਲ ਉਹ ਆਪ ਤੋਂ ਤੁਹਾਡੇ ਵੱਲ ਤੁਰ ਪਿਆ ਅਤੇ ਉਸ ਤਰ੍ਹਾਂ ਦੇ ਨਾਲ ਉਸ ਭਾਈਆਂ ਨੂੰ ਘੱਲਿਆ ਜਿਹਦਾ ਮਾਣ ਖੁਸ਼ਖਬਰੀ ਦੇ ਵਿਖੇ ਸਾਰੀਆਂ ਕਲੀਸਿਆ ਵਿੱਚ ਹੁੰਦਾ ਹੈ। ਪਰ ਇਹ ਨਿਰਾ ਨਹੀਂ, ਸਗੋਂ ਉਹ ਕਲੀਸਿਆ ਦੀ ਵੱਲੋਂ ਵੀ ਥਾਪਿਆ ਹੋਇਆ ਹੈ, ਤਾਂ ਵੀ ਇਸ ਪੁੰਨ ਦੇ ਕੰਮ ਲਈ ਜਿਹਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਪੈਂਡਾ ਕਰੇ ਭਾਈ ਪ੍ਰਭੂ ਦੀ ਵਡਿਆਈ ਨਾਲੇ ਸਾਡੇ ਪਰਮੇਸ਼ਰ ਅਤੇ ਮਨ ਦੀ ਤਿਆਰੀ ਪ੍ਰਗਟ ਹੋਵੇ। ਕਿਉਂ ਜੋ ਅਸੀਂ ਇਸ ਤੋਂ ਚੌਕਸ ਰਹਿੰਦੇ ਹਾਂ
ਜੋ ਅਸੀਂ ਵੱਡੀ ਦਾਤ ਦੇ ਵਿਖੇ ਜਿਹਦੀ ਅਸੀਂ ਸੇਵਾ ਕਰਦੇ ਹਾਂ, ਕੋਈ ਸਾਡੇ ਉੱਤੇ ਹਰਫ ਨਾ ਲਿਆਵੇ, ਕਿਉਂਕਿ ਜਿਹੜੀਆਂ ਗੱਲਾਂ ਨਿਰੇ ਪ੍ਰਭੂ ਦੇ ਸਨਮੁਖ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ, ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ। ਅਤੇ ਅਸੀਂ ਉਹਨਾਂ ਦੇ ਨਾਲ ਆਪਣੇ ਉਸ ਭਾਈ ਨੂੰ ਘੱਲਿਆ ਜਿਹਨੂੰ ਅਸਾਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਤਾ ਕੇ ਉਦਮੀ ਵੇਖਿਆ, ਪਰ ਹੁਣ ਉਹ ਵੱਡੇ ਭਰੋਸੇ ਕਰਕੇ ਜਿਹੜਾ ਉਹਨੂੰ ਤੁਹਾਡੇ ਉੱਤੇ ਹੈ ਹੋਰ ਵੀ ਬਹੁਤ ਉਦਮੀ ਜਾਪਦਾ ਹੈ। ਜੇ ਕੋਈ ਤੀਤੁਸ ਤੇ ਪੁੱਛੇ, ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਨਾਲ ਇਹ ਕੰਮ ਕਰਨ ਲਈ ਵਾਲਾ ਹੈ। ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਉਹ ਕਲੀਸਿਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ, ਅਤੇ ਇਸ ਲਈ ਤੁਸੀਂ ਕਲੀਸਿਆ ਦੇ ਸਨਮੁਖ ਉਹਨਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਉੱਤੇ ਬਿਮਾਨ ਦਾ ਜਿਹੜਾ ਤੁਹਾਡੇ ਵਿਖੇ ਕਰਦੇ ਹਾਂ ਪ੍ਰਮਾਣ ਦਿਓ। 9ਵਾਂ ਬਾਬ ਉਪਰੰਤ ਉਹ ਸੇਵਾ ਦੇ ਵਿਖੇ ਜਿਹੜੀ ਸੰਤਾਂ ਲਈ ਹੈ ਤੁਹਾਡੇ ਵੱਲ ਮੇਰੇ ਲਿਖਣ ਦੀ ਕੋਈ ਲੋੜ ਨਹੀਂ, ਕਿਉਂ ਜੋ ਮੈਂ ਤੁਹਾਡੀ ਤਿਆਰੀ ਨੂੰ ਜਾਣਦਾ ਹਾਂ, ਜਿਹਦੇ ਲਈ ਤੁਸੀਂ ਮੈਂ ਮਕਦੂਨੀਆ ਦੇ ਵਾਸੀਆਂ ਦੇ ਅੱਗੇ ਤੁਹਾਡੇ ਵਿਖੇ ਅਭਿਮਾਨ ਕਰਦਾ ਹਾਂ। ਭਾਈ ਅਖਾਇਆ ਦੇ ਲੋਕ ਪਰੰਤੂ ਤੋੜ ਤੋਂ ਤਿਆਰ ਹੋਇਆ ਅਤੇ ਤੁਹਾਡੇ ਡਾਢੇ ਉਦਮ ਨੇ ਬਹੁਤਿਆਂ ਨੂੰ ਉਕਸਾਇਆ। ਮੈਂ ਭਰਾਵਾਂ ਨੂੰ ਘੱਲਿਆ ਮਤੇ ਸਾਡਾ ਅਭਿਮਾਨ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ, ਇਸ ਲਈ ਗੱਲ ਦਾ ਅਕਰਥ ਹੋ ਜਾਵੇ। ਭਾਈ ਜੇ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ, ਕਿਤੇ ਇਉਂ ਨਾ ਹੋਵੇ ਜੇ ਮਕਦੂਨੀਆ ਦੇ ਵਾਸੀ ਮੇਰੇ ਨਾਲ ਆ ਜਾਣ ਅਤੇ ਤੁਹਾਨੂੰ ਤਿਆਰ ਨਾ ਵੇਖਣ। ਅਤੇ ਅਸੀਂ ਇਸ ਲਈ ਨਹੀਂ ਕਹਿੰਦੇ ਜੋ ਤੁਸੀਂ ਤਿਆਰੀ, ਸਗੋਂ ਇਸ ਲਈ ਪੱਕੇ ਭਰੋਸੇ ਤੋਂ ਲੱਜਿਆਵਾਨ ਹੋਈਏ। ਇਸ ਕਾਰਨ ਮੈਂ ਆਪਣੇ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਉਚਿਤ ਨਹੀਂ ਸਮਝੀ ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਹਨੂੰ ਤੁਸੀਂ ਅੱਗੋਂ ਹੀ ਉਸ ਨੂੰ ਵਚਨ ਦਿੱਤਾ ਹੋਇਆ ਸੀ ਅਗੇਤਾ ਹੀ ਤਿਆਰ ਕਰਕੇ ਰੱਖਣਾ, ਅਤੇ ਉਹ ਖੁੱਲ੍ਹ ਦਿਲੀ ਵਰਗਾ ਦਾਨ ਤਿਆਰ ਰਹੇ ਅਤੇ ਨਾ ਬੇਦਗਿਰੀ ਦਾ ਦਾਨ ਵਰਗਾ। ਪਰ ਗੱਲ ਇਹ ਹੈ ਭਾਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ, ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ। ਹਰੇਕ ਜਿਵੇਂ ਉਹਦੇ ਦਿਲ ਵਿੱਚ ਧਾਰਿਆ ਹੈ ਤਿਵੇਂ ਹੀ ਕਰੇ, ਰੰਜ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਵਰ ਦੀ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ, ਅਤੇ ਪਰਮੇਸ਼ਵਰ ਤੁਹਾਡੇ ਉੱਤੇ ਕਿਰਪਾ ਅਤੇ ਬਹੁਤੀ ਕਰ ਸਕਦਾ ਹੈ। ਪਰ ਹਰ ਪ੍ਰਕਾਰ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ, ਕਿ ਹਰ ਸ਼ੁਭ ਕਰਮ ਤੁਹਾਡੇ ਲਈ ਕੋਲ ਵਾਫਰ ਵੀ ਹੋਵੇ। ਜਿਵੇਂ ਲਿਖਿਆ ਹੋਇਆ ਹੈ, ਉਸ ਨੇ ਖਿੰਡਾਇਆ ਕੰਗਾਲਾਂ ਨੂੰ ਦਿੱਤਾ, ਉਸ ਦਾ ਧਰਮ ਵਾਕ ਸਦਾ ਤੱਕ ਬਣਿਆ ਰਹਿੰਦਾ ਹੈ। ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਰੋਟੀ ਨੂੰ ਦਿੰਦਾ ਹੈ, ਉਹ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ। ਉਹ ਵਾਧਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ, ਜੋ ਤੁਸੀਂ ਸਭਨਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਤਣੀ ਹੋ ਜਾਵੋ, ਅਤੇ ਜਿਹੜੇ ਸਾਡੇ ਰਾਹੀਂ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹਨ, ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਉਹਦੀਆਂ ਥੁੜਾਂ ਨੂੰ ਪੂਰੀਆਂ ਕਰਦਾ ਹੈ, ਸਗੋਂ ਪਰਮੇਸ਼ਵਰ ਦੀਆਂ ਬਹੁਤਾ ਧੰਨਵਾਦਾਂ ਦੇ ਰਾਹੀਂ ਵੱਧਦਾ ਵੀ ਜਾਂਦਾ ਹੈ। ਕਿਉਂ ਜੋ ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਉਸ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ, ਭਈ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਕਰਾਰ ਵਿੱਚ ਅਧੀਨ ਹੋ ਕੇ ਅਤੇ ਉਹਨਾਂ ਲਈ ਸਗੋਂ ਸਭਨਾਂ ਦੇ ਦਾਨ ਨੂੰ ਸਖਾਵਤ ਨਾਲ ਦਿੰਦੇ ਹੋ, ਅਤੇ ਉਹ ਆਪ ਤੁਹਾਡੇ ਲਈ ਬੇਨਤੀਆਂ ਕਰਦਾ ਅਤੇ ਪਰਮੇਸ਼ਵਰ ਦੀ ਅਤ ਕਿਰਪਾ ਦੇ ਕਾਰਨ ਜਿਹੜੀ ਤੁਹਾਡੇ ਉੱਤੇ ਹੋਈ ਅਤੇ ਬਹੁਤੇ ਲੋਚਦੇ ਹਨ, ਧੰਨਵਾਦ ਹੈ ਪਰਮੇਸ਼ਵਰ ਦਾ ਉਹਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ। 10ਵਾਂ ਬਾਬ ਹੁਣ ਮੈਂ ਪੌਲੁਸ ਜੋ ਤੁਹਾਡੇ ਵਿੱਚ ਤੁਹਾਡੇ ਸਨਮੁਖ ਹੋ ਕੇ ਥੋੜ੍ਹਾ ਦਿਲਾ ਹਾਂ, ਪਰ ਤੁਹਾਥੋਂ ਅੱਗੇ ਪਰੋਖੇ ਹੋ ਕੇ ਤੁਹਾਡੇ ਉੱਤੇ ਦਲੇਰ ਹਾਂ, ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਭਾਈ ਮੈਨੂੰ ਸਨਮੁਖ ਹੋ ਕੇ ਉਸ ਭਰੋਸੇ ਨਾਲ ਦਲੇਰ ਨਾ ਹੋਣਾ ਪਵੇ ਜਿਹਦੇ ਨਾਲ ਮੈਂ ਕਈਆਂ ਉੱਤੇ ਦਲੇਰ ਹੋਣ ਦੀ ਦਲੀਲ ਕਰਦਾ ਹਾਂ, ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਜਿਹੇ ਸਮਝਦੇ ਹਨ। ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਹਾਂ, ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ, ਅਤੇ ਇਸ ਲਈ ਜੋ ਸਾਡੇ ਤੇ ਯੁੱਧ ਅਤੇ ਸ਼ਰਸਤ ਸਰੀਰਿਕ ਨਹੀਂ ਹਨ, ਸਗੋਂ ਪਰਮੇਸ਼ਵਰ ਦੇ ਪਾਣੇ ਕਿਲਿਆਂ ਨੂੰ ਢਾਹ ਦੇਣ ਵਾਲੇ ਅਤੇ ਡਾਢੇ ਤਗੜੇ ਹਨ। ਸੋ ਅਸੀਂ ਮਹਿਮਾ ਨੂੰ ਵੇਖੀਏ ਅਤੇ ਉਹਦੀ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ, ਅਤੇ ਹਰੇਕ ਖਿਆਲ ਨੂੰ ਬੰਧਨ ਨੂੰ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ। ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋਵੇ ਤਾਂ ਅਸੀਂ ਇਸ ਤਰ੍ਹਾਂ ਅਣਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ। ਤੁਸੀਂ ਉਹਨਾਂ ਗੱਲਾਂ ਵੱਲ ਜੋ ਤੁਹਾਡੇ ਸਨਮੁਖ ਵੇਖਦੇ ਹੋ, ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ, ਤਾਂ ਫਿਰ ਆਪਣੇ ਆਪ ਵਿੱਚੋਂ ਕਿਉਂ ਸੋਚੇ ਭਾਈ ਜਿਵੇਂ ਉਹ ਮਸੀਹ ਦਾ ਹੈ ਤਿਵੇਂ ਹੀ ਅਸੀਂ ਵੀ ਹਾਂ। ਮੈਂ ਆਪਣੇ ਆਪ ਨੂੰ ਉਸ ਅਖਤਿਆਰ ਦੇ ਵਿਖੇ ਜਿਹੜਾ ਪ੍ਰਭੂ ਯਿਸੂ ਨੇ ਸਾਨੂੰ ਤੁਹਾਡੇ ਟਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਣ ਲਈ ਦਿੱਤਾ ਹੈ, ਕੁਝ ਵੱਧ ਕੇ ਅਭਿਮਾਨ ਕਰਾਂ,
ਤਾਂ ਵੀ ਮੈਂ ਲੱਜਿਆਮਾਨ ਨਾ ਹੋਵਾਂਗਾ। ਭਾਈ ਮੈਂ ਇਉਂ ਮਾਲੂਮ ਨਾ ਹੋਵਾਂ ਜਿਵੇਂ ਮੈਨੂੰ ਪੱਤਰੀਆਂ ਨਾਲ ਡਰਾਉਣ ਵਾਲਾ ਹਾਂ, ਕਿਉਂ ਜੋ ਮੈਨੂੰ ਕਹਿੰਦੇ ਹਨ ਭਾਈ ਉਹਦੀਆਂ ਪੱਤਰੀਆਂ ਵੀ ਭਾਰੀਆਂ ਅਤੇ ਤਗੜੀਆਂ ਹਨ, ਪਰ ਉਹ ਆਪ ਤਾਂ ਦੇਹੀ ਨਾਲ ਸਨਮੁਖ ਹੋ ਕੇ ਨਿਰਬਲ ਹੈ ਅਤੇ ਉਹਦਾ ਵਚਨ ਤੁੱਛ ਹੈ। ਅਜਿਹਾ ਕਹਿਣ ਵਾਲਾ ਇਹ ਸਮਝ ਰੱਖੇ ਭਾਈ ਇਹੋ ਜਿਹੇ ਪਰੋਖੇ ਹੋ ਕੇ ਅਸੀਂ ਪੱਤਰੀਆਂ ਦੁਆਰਾ ਵਚਨ ਵਿੱਚ ਹਾਂ ਅਤੇ ਇਹੋ ਜਿਹੇ ਸਨਮੁਖ ਹੋ ਕੇ ਕੰਮ ਵਿੱਚ ਵੀ ਹਾਂ, ਕਿਉਂਕਿ ਸਾਡਾ ਇਹ ਹਿਉ ਨਹੀਂ ਪੈਂਦਾ ਜੋ ਅਸੀਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਕਈਆਂ ਨਾਲ ਗਿਣੀਏ ਅਥਵਾ ਮਿਲਾ ਕੇ ਵੇਖੀਏ ਜਿਹੜੇ ਆਪਣੇ ਨੇਕਨਾਮੀ ਜਤਾਉਂਦੇ ਹਨ, ਪਰ ਉਹ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਵਿੱਚ ਮਿਚਾ ਕੇ ਆਪਣੇ ਆਪ ਨੂੰ ਆਪਣੇ ਆਪ ਨਾਲ ਰਲਾ ਮਿਲਾ ਕੇ ਅਤੇ ਬੇਸਮਝ ਠਹਿਰਦੇ ਹਨ। ਪਰ ਅਸੀਂ ਮੇਚਿਓਂ ਬਾਹਰ ਨਹੀਂ, ਸਗੋਂ ਮੇਚੇ ਦੇ ਅੰਦਾਜ਼ ਅਤੇ ਅਨੁਸਾਰ ਦੇ ਅਭਿਮਾਨ ਕਰਾਂਗੇ ਜੋ ਪਰਮੇਸ਼ਵਰ ਨੇ ਸਾਨੂੰ ਵੰਡ ਦਿੱਤਾ ਹੈ। ਉਹ ਮੇਚਾ ਤੁਹਾਡੇ ਤਿੱਕਰ ਵੀ ਪਹੁੰਚਦਾ ਹੈ। ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ, ਭਾਈ ਜਾਣੀਦਾ ਹੈ ਸਾਡੀ ਪਹੁੰਚ ਤੁਸਾਂ ਤੱਕ ਨਹੀਂ ਹੁੰਦੀ, ਅਤੇ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਤੁਸਾਂ ਤੋੜੀ ਅਗੇਤਰੇ ਅੱਪੜ ਪਏ, ਤੁਸੀਂ ਮੇਚਿਓਂ ਬਾਹਰ ਹੋ ਕੇ ਉਹਨਾਂ ਹਰਨਿਆਂ ਦੀ ਮਿਹਨਤਾਂ ਅਤੇ ਅਭਿਮਾਨ ਕਰਦੇ ਨਹੀਂ। ਪਰ ਸਾਨੂੰ ਆਸ ਹੈ ਭਾਈ ਜਿਉਂ ਜੋ ਤੁਸੀਂ ਨੇਚਾ ਵਿੱਚ ਵੱਧਦੇ ਜਾਵੇ ਤਿਉਂ ਤੋਂ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਵਧਾਏ ਜਾਵਾਂਗੇ। ਪਰ ਅਸੀਂ ਤੁਹਾਤੋਂ ਅੱਗੇ ਪਰੇਡੇ ਦੇਸਾਂ ਵਿੱਚ ਖੁਸ਼ਖਬਰੀ ਸੁਣਾਈਏ ਅਤੇ ਹੋਰਨਾਂ ਦਿਲਾਂ ਦੇ ਹਲਕਿਆਂ ਵਿੱਚ ਉਹਨਾਂ ਦੀਆਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਅਭਿਮਾਨ ਨਾ ਕਰੀਏ। ਪਰ ਜੋ ਕੋਈ ਅਭਿਮਾਨ ਕਰਦਾ ਹੈ ਸੋ ਪ੍ਰਭੂ ਵਿੱਚ ਅਭਿਮਾਨ ਕਰੇ, ਕਿਉਂਕਿ ਜੋ ਕੋਈ ਆਪਣੀ ਨੇਕਨਾਮੀ ਜਤਾਉਂਦਾ ਹੈ ਸੋ ਨਹੀਂ ਸਗੋਂ ਉਹ ਪ੍ਰਵਾਨ ਹੁੰਦਾ ਹੈ ਜਿਹਦੀ ਪ੍ਰਭੂ ਦੀ ਨੇਕਨਾਮੀ ਕਰਦਾ ਹੈ। 11ਵਾਂ ਬਾਬ। ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੇ ਵੱਲ ਥੋੜ੍ਹੀ ਜਿਹੀ ਮੂਰਖਤਾਈ ਨੂੰ ਸਹਾਰੋ, ਹਾਂ ਤੁਸੀਂ ਜ਼ਰੂਰ ਸਹਾਰੋ। ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪੱਤੀ ਨਾਲ ਤੁਹਾਡੇ ਲਈ ਕੁੜਮਾਈ ਕੀਤੀ ਭਾਈ ਤੁਹਾਨੂੰ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਾਂ। ਪਰ ਮੈਂ ਡਰਦਾ ਹਾਂ ਭਾਈ ਕਿਤੇ ਇਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖੱਚਰ ਵਿਦਿਆ ਨਾਲ ਹਵਾ ਨੂੰ ਭਰਮਾਇਆ ਅਤੇ ਤੁਹਾਡੇ ਵੀ ਮਨ ਵਿੱਚ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲੋਂ ਹੈ ਵਿਗੜ ਨਾ ਜਾਏ। ਅਤੇ ਜੇ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮੁਨਾਦੀ ਕਰਦਾ ਹੈ ਜਿਹਦੀ ਅਸਾਂ ਨਹੀਂ ਕੀਤੀ, ਜਾਂ ਕੋਈ ਹੋਰ ਆਤਮਾ ਮਿਲਦਾ ਹੈ ਜਿਹਨੂੰ ਤੁਸਾਂ ਨਾ ਮਿਲਿਆ ਹੋਵੇ, ਜਾਂ ਕੋਈ ਹੋਰ ਖੁਸ਼ਖਬਰੀ ਜਿਹਨੂੰ ਤੁਸਾਂ ਨਾ ਕਬੂਲ ਕੀਤਾ ਹੋਵੇ, ਤਾਂ ਤੁਸਾਂ ਅੱਛੀ ਤਰ੍ਹਾਂ ਉਸ ਨੂੰ ਸਾਰ ਲੈਂਦੇ ਹੋ। ਕਿਉਂ ਜੋ ਮੈਂ ਆਪਣੇ ਆਪ ਨੂੰ ਉਹਨਾਂ ਮਹਾਨ ਰਸੂਲਾਂ ਨਾਲੋਂ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ, ਪਰ ਭਾਵੇਂ ਮੈਂ ਬੋਲਣ ਵਿੱਚ ਅਨਾੜੀ ਹੋਵਾਂ ਤਾਂ ਗਿਆਨ ਵਿੱਚ ਨਹੀਂ, ਸਗੋਂ ਅਸਾਂ ਹਰ ਤਰ੍ਹਾਂ ਨਾਲ ਤੁਹਾਡੇ ਲਈ ਸਭਨਾਂ ਲਈ ਇਹ ਗੱਲ ਨੂੰ ਪ੍ਰਗਟ ਕੀਤਾ ਹੈ, ਅਥਵਾ ਮੈਂ ਜੋ ਪਰਮੇਸ਼ਵਰ ਦੀ ਖੁਸ਼ਖਬਰੀ ਨੂੰ ਤੁਹਾਨੂੰ ਮੁਕਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਹੈ ਭਾਈ ਤੁਸੀਂ ਉੱਚੇ ਕੀਤੇ ਜਾਓ। ਭਲਾ ਇਹਦੇ ਵਿੱਚ ਕੋਈ ਪਾਪ ਕੀਤਾ ਹੈ? ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਆਂ ਤੋਂ ਖਰਚ ਲੈ ਕੇ ਉਹਨਾਂ ਨੂੰ ਲੁੱਟ ਲਿਆ, ਔਰ ਜਦ ਤੁਹਾਡੇ ਕੋਲ ਹੁੰਦਿਆਂ ਹੋਇਆ ਮੈਨੂੰ ਲੋੜ ਪਈ ਅਤੇ ਤੁਸਾਂ ਕਿਸੇ ਪਾਰੂ ਨਾ ਹੋਇਆ। ਕਿਉਂ ਜੋ ਭਰਾਵਾਂ ਨੇ ਮਕਦੂਨੀਆ ਤੋਂ ਆ ਕੇ ਮੇਰੀ ਲੋੜ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਪਾਰੂ ਹੋਣ ਤੋਂ ਰੁਕਿਆ ਰਿਹਾ ਅਤੇ ਰੁਕਿਆ ਰਹਾਂਗਾ। ਅਤੇ ਜੇ ਮਸੀਹ ਦੀ ਸੱਚਾਈ ਮੇਰੇ ਵਿੱਚ ਹੈ ਤਾਂ ਅਖਾਇਆ ਦੇ ਹਲਕਿਆਂ ਵਿੱਚ ਇਹ ਮੇਰਾ ਅਭਿਮਾਨ ਕਦੇ ਨਹੀਂ ਰੁਕੇਗਾ। ਕਿਉਂ? ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਰੱਖਦਾ ਪਰਮੇਸ਼ਵਰ ਜਾਣਦਾ ਹੈ, ਪਰ ਜੋ ਮੈਂ ਕਰਦਾ ਹਾਂ ਸੋ ਹੀ ਕਰਦਾ ਰਹਾਂਗਾ। ਜੋ ਮੈਂ ਦਾਉ ਲੱਭਣ ਵਾਲਿਆਂ ਨੂੰ ਦਾਉ ਚਾੜ ਸੁੱਟਾਂ ਭਾਈ ਜਿਸ ਗੱਲ ਵਿੱਚ ਉਹ ਅਭਿਮਾਨ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ। ਕਿਉਂ ਜੋ ਅਜਿਹੇ ਲੋਕ ਝੂਠੇ ਰਸੂਲ ਅਤੇ ਛਲ ਕਰਨ ਵਾਲੇ ਦੇ ਹਨ ਅਤੇ ਜੋ ਆਪਣੇ ਰੂਪ ਵਿੱਚ ਮਸੀਹ ਦੇ ਰਸੂਲਾਂ ਵਿੱਚ ਵਟਾਉਂਦੇ ਹਨ। ਅਤੇ ਇਹ ਅਚਰਜ ਦੀ ਗੱਲ ਨਹੀਂ, ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਵਿੱਚ ਰੂਪ ਵਿੱਚ ਵਟਾਉਂਦਾ ਹੈ। ਇਸ ਲਈ ਜੋ ਉਹਦੇ ਸੇਵਕ ਆਪਣੇ ਰੂਪ ਨੂੰ ਧਰਮਾਂ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ, ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ। ਮੈਂ ਫਿਰ ਇਹ ਆਖਦਾ ਹਾਂ ਭਾਈ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਂ ਮੂਰਖ ਹੀ ਜਾਣ ਕੇ ਕਬੂਲ ਕਰੋ। ਅਤੇ ਜੋ ਮੈਂ ਥੋੜ੍ਹਾ ਚਿਰ ਅਭਿਮਾਨ ਕਰਾਂ ਅਤੇ ਜੋ ਕੁਝ ਮੈਂ ਅਭਿਮਾਨ ਕਰਨ ਦੇ ਭਰੋਸੇ ਨਾਲ ਕਰਦਾ ਹਾਂ ਸੋ ਪ੍ਰਭੂ ਦੀ ਮੱਤ ਦੇ ਅਨੁਸਾਰ ਨਹੀਂ, ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ। ਜਦੋਂ ਬਾਹਲੇ ਲੋਕ ਸਰੀਰ ਦੇ ਅਨੁਸਾਰ ਅਭਿਮਾਨ ਕਰਦੇ ਹਨ ਮੈਂ ਵੀ ਅਭਿਮਾਨ ਕਰਾਂਗਾ, ਕਿਉਂਕਿ ਤੁਸੀਂ ਆਪ ਸਿਆਣੇ ਹੋ ਅਤੇ ਜਦੋਂ ਤੱਕ ਅਤੇ ਤੁਸੀਂ ਮੂਰਖਾਂ ਦੀ ਖੁਸ਼ੀ ਨਾਲ ਸਹਾਰਾ ਲੈਂਦੇ ਹੋ। ਜਦ ਕੋਈ ਗੁਲਾਮੀ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਚੱਟ ਕਰ ਜਾਂਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਂਦਾ ਹੈ, ਜਦ ਕੋਈ ਤੁਹਾਨੂੰ ਆਪਣੇ ਆਪ ਤੋਂ ਉੱਚਾ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ 'ਤੇ ਚਪੇੜਾ ਮਾਰਦਾ ਹੈ,
ਤਦ ਤੁਸੀਂ ਸਹਾਰ ਲੈਂਦੇ ਹੋ। ਮੈਂ ਨਿਆਦਰੀ ਦੇ ਰਾਹ ਵਿੱਚ ਇਹ ਆਖਦਾ ਹਾਂ, ਭਈ ਅਸੀਂ ਵੀ ਮਾੜੇ ਜਿਹੇ ਸਾਂ, ਪਰ ਜਿਸ ਗੱਲ ਵਿੱਚ ਕੋਈ ਦਲੇਰ ਨਹੀਂ। ਮੈਂ ਵੀ ਦਲੇਰ ਹਾਂ। ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਮ ਦੇ ਅੰਸ਼ ਹਨ? ਮੈਂ ਵੀ ਹਾਂ। ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਬੇਸੁੱਧ ਹੋ ਕੇ ਵਾਂਗੂ ਬੋਲਦਾ ਹਾਂ। ਮੈਂ ਵੀ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਵਧੀਕ, ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ, ਅਤੇ 5 ਵਾਰੀ ਯਹੂਦੀਆਂ ਦੇ ਹੱਥੋਂ ਇੱਕ ਕੱਟ 40 ਕੋੜੇ ਖਾਧੇ, ਅਤੇ 3 ਵਾਰੀ ਬੈਂਤਾਂ ਦੀ ਮਾਰ ਖਾਧੀ, ਅਤੇ 1 ਵਾਰੀ ਪਥਰਾਓ ਹੋਇਆ, 3 ਵਾਰ ਬੇੜੇ ਦੇ ਗੜਕਣ ਕਰਕੇ ਦੁੱਖ ਭੋਗਿਆ, 1 ਰਾਤ ਦਿਨ ਸਮੁੰਦਰ ਵਿੱਚ ਕੱਟਿਆ, ਅਤੇ ਬਹੁਤ ਵਾਰ ਪੈਂਡਿਆਂ, ਦਰਿਆਵਾਂ ਵਿੱਚ, ਅਤੇ ਪੌਜਲਾਂ ਵਿੱਚ, ਅਤੇ ਡਾਕੂਆਂ ਦੀਆਂ ਪੌਜਲਾਂ ਵਿੱਚ, ਅਤੇ ਆਪਣੀ ਕੌਮ ਵੱਲੋਂ ਪੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਪੌਜਲਾਂ ਵਿੱਚ, ਨਗਰ ਦੀਆਂ ਪੌਂਜਲਾਂ ਵਿੱਚ, ਉਜਾੜ ਦਿਆਂ ਪੌਂਜਲਿਆਂ ਵਿੱਚ, ਸਮੁੰਦਰ ਦਿਆਂ ਪੌਂਜਲਿਆਂ ਵਿੱਚ, ਖੋਟੇ ਭਰਾਵਾਂ ਦਿਆਂ ਪੌਂਜਲਿਆਂ ਵਿੱਚ, ਮਿਹਨਤ ਪੋਰਿਆਂ ਵਿੱਚ, ਅਤੇ ਕਈ ਵਾਰ ਉਣਦੀਆਂ ਵਿੱਚ, ਭੁੱਖ ਅਤੇ ਤ੍ਰੇਹ ਵਿੱਚ, ਅਤੇ ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹੋਇਆ ਸੀ। ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਾਂ ਨੇ ਚਿੰਤਾ ਮੈਨੂੰ ਰੋਜ਼ ਆਣ ਦਬਾਉਂਦੀ, ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ ਹਾਂ? ਜੇ ਅਭਿਮਾਨ ਕਰਨਾ ਹੋਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ, ਪਰ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਅਤੇ ਆਪਣੇ ਪਿਤਾ, ਜਿਹੜਾ ਜੁਗੋ ਜੁਗ ਮੁਬਾਰਕ ਹੈ, ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। ਦਮਿਸ਼ਕ ਵਿੱਚ ਉਸ ਹਾਕਮ ਨੇ, ਜਿਹੜਾ ਰਾਜਾ ਅਰਤਿਆਸ ਦੀ ਵੱਲੋਂ ਸੀ, ਦਮਿਸ਼ਕੀਆਂ ਦੇ ਸ਼ਹਿਰ ਉੱਤੇ ਮੇਰੇ ਫੜਨ ਲਈ ਪਹਿਰਾ ਬਹਾ ਲਿਆ, ਅਤੇ ਮੈਂ ਤਾਕੀ ਥਾਣੀ ਟੋਕਰੇ ਵਿੱਚ ਸਫੀਲ ਉੱਪਰੋਂ ਉਤਾਰਿਆ ਗਿਆ ਅਤੇ ਉਹਦੇ ਹੱਥੋਂ ਬਚ ਨਿਕਲਿਆ। 12ਵਾਂ ਬਾਬ। ਮੈਨੂੰ ਤਾਂ ਅਭਿਮਾਨ ਕਰਨਾ ਹੈ ਹੀ ਹੈ, ਭਾਵੇਂ ਮੇਰੇ ਲਈ ਲਾਭਵੰਤ ਨਹੀਂ, ਪਰ ਮੈਂ ਹੁਣ ਆਪਣੇ ਪ੍ਰਭੂ ਦੇ ਦਰਸ਼ਨਾਂ ਅਤੇ ਪ੍ਰਕਾਸ਼ ਦੀ ਬਾਣੀਆਂ ਉੱਤੇ ਵਰਣਨ ਕਰਨ ਆਇਆ ਹਾਂ। ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ, ਜਿਹੜਾ 14 ਵਰ੍ਹੇ ਬੀਤੇ, ਕਿ ਸਰੀਰ ਦੇ ਸਹਿਤ ਨਹੀਂ ਜਾਣਦਾ, ਕਿ ਸਰੀਰ ਦੇ ਰਹਿਤ ਮੈਂ ਨਹੀਂ ਜਾਣਦਾ। ਪਰਮੇਸ਼ਵਰ ਜਾਣੇ, ਅਜਿਹਾ ਮਨੁੱਖ ਤੀਜੇ ਆਕਾਸ਼ ਉੱਤੇ ਅਚਾਨਕ ਖਿੱਚਿਆ ਗਿਆ, ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਸਾਂ, ਭਈ ਮੇਰੇ ਉਹ ਕੀ ਸਰੀਰ ਦੇ ਨਾਲ, ਕੀ ਸਰੀਰ ਤੋਂ ਵੱਖਰਾ, ਮੈਂ ਨਹੀਂ ਜਾਣਦਾ। ਪਰਮੇਸ਼ਵਰ ਜਾਣੇ, ਫਿਰਦੌਸ ਉੱਤੇ ਅਚਾਨਕ ਖਿੱਚਿਆ ਗਿਆ, ਅਤੇ ਉਹਨੇ ਇਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ, ਜਿਨ੍ਹਾਂ ਦਾ ਬੋਲਦਾ ਮਨੁੱਖ ਦੇ ਯੋਗ ਨਹੀਂ। ਅਤੇ ਅਜਿਹੇ ਮਨੁੱਖ ਨੂੰ ਮੈਂ ਉੱਤੇ ਅਭਿਮਾਨ ਕਰਾਂਗਾ। ਮੈਂ ਆਪਣੇ ਉੱਤੇ ਅਤੇ ਆਪਣੀਆਂ ਨਿਰਬਲਤਾਈਆਂ ਬਾਝੋਂ ਅਭਿਮਾਨ ਨਾ ਕਰਾਂਗਾ, ਕਿਉਂਕਿ ਜੇ ਮੈਂ ਅਭਿਮਾਨ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ। ਇਸ ਲਈ ਜੋ ਮੈਂ ਸੱਚ ਬੋਲਾਂਗਾ, ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ, ਅਜਿਹਾ ਨਾ ਹੋਵੇ ਭਈ ਕੋਈ ਮੈਨੂੰ ਉਸ ਤੋਂ ਵਧੀਕ ਨਾ ਸਮਝ ਲਵੇ ਜੋ ਮੈਂ ਵੇਖਦਾ ਹਾਂ ਜਾਂ ਮੇਰੇ ਕੋਲੋਂ ਸੁਣਦਾ ਹੈ। ਇਸ ਲਈ ਜੋ ਮੈਂ ਪ੍ਰਕਾਸ਼ ਦੀਆਂ ਬਾਣੀਆਂ ਨੂੰ ਬਹੁਤਾਇਤ ਕਰਨ ਦੇ ਅਤੇ ਬਾਹਰ ਕਰਨ ਨਾਲੋਂ ਫੁੱਲ ਨਾ ਜਾਵਾਂ। ਮੇਰੇ ਸਰੀਰ ਵਿੱਚ ਇੱਕ ਕੰਡਾ ਚੁੱਭਿਆ ਗਿਆ, ਅਰਥਾਤ ਸ਼ੈਤਾਨ ਦਾ ਘਾਲਿਆ ਹੋਇਆ, ਭਈ ਉਹ ਮੈਨੂੰ ਹੂਰੇ ਮਾਰੇ ਅਤੇ ਹੱਦੋਂ ਬਾਹਰ ਫੁੱਲਣ ਨਾ ਜਾਵੇ। ਅਤੇ ਇਹਦੇ ਲਈ ਮੈਂ ਪ੍ਰਭੂ ਅੱਗੇ 3 ਵਾਰ ਬੇਨਤੀ ਕੀਤੀ, ਭਈ ਇਹਨੂੰ ਮੈਥੋਂ ਦੂਰ ਹੋ ਜਾਵੇ। ਅਤੇ ਉਸਨੇ ਮੈਨੂੰ ਆਖਿਆ, ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰਥਾ ਅਤੇ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅਤ ਆਨੰਦ ਅਤੇ ਅਭਿਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਮਰਥਾ ਮੇਰੇ ਉੱਤੇ ਦਇਆ ਕਰੇ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਅਤੇ ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਮੇਰਾ ਸਮਰਥੀ ਹੁੰਦਾ ਹੈ। ਮੈਂ ਨਾਦਾਨ ਬਣਿਆ, ਪਰ ਤੁਸਾਂ ਮੈਨੂੰ ਮਜਬੂਰ ਕੀਤਾ, ਕਿਉਂਕਿ ਚਾਹੀਦਾ ਸੀ ਭਈ ਤੁਸੀਂ ਮੇਰੀ ਨੇਕ ਨਾਮੀ ਕਰਦੇ। ਅਤੇ ਇਸ ਲਈ ਜੋ ਮੈਂ ਭਾਵੇਂ ਕੁਝ ਨਹੀਂ, ਤਾਂ ਵੀ ਤੁਸੀਂ ਉਹ ਮਹਾਨ ਰਸੂਲਾਂ ਨਾਲੋਂ ਕੁਝ ਘੱਟ ਨਹੀਂ ਸਾਂ। ਰਸੂਲਾਂ ਦੇ ਨਿਸ਼ਾਨ ਪੂਰੀ ਧੀਰਜ ਨਾਲ ਨਿਸ਼ਾਨੀਆਂ ਅਤੇ ਚੰਬਿਆਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ, ਕਿਉਂ ਜੋ ਉਹ ਕਿਹੜੀ ਗੱਲ ਹੈ ਜਿਹਦੇ ਵਿਖੇ ਤੁਸੀਂ ਹੋਰਨਾਂ ਕਲੀਸਿਆਂ ਨਾਲੋਂ ਘੱਟ ਸੌ। ਅਤੇ ਬਿਨਾਂ ਆਪਣੇ ਪਾਈ ਮੈਂ ਆਪਣੇ ਤੁਹਾਡੇ ਉੱਤੇ ਭਾਰੂ ਨਾ ਹੋਇਆ, ਅਤੇ ਤੁਸਾਂ ਮੇਰਾ ਇਹ ਕਿਉਂ ਨਾ ਮਾਫ਼ ਕੀਤਾ। ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ, ਅਤੇ ਤੁਹਾਡੇ ਉੱਤੇ ਭਾਰੂ ਨਾ ਹੋਵਾਂਗਾ, ਕਿਉਂ ਜੋ ਮੈਂ ਤੁਹਾਡਾ ਮਾਲ ਨਹੀਂ, ਸਗੋਂ ਤੁਹਾਨੂੰ ਹੀ ਚਾਹੁੰਦਾ ਹਾਂ। ਬਾਲ ਬੱਚਿਆਂ ਨੂੰ ਮਾਪਿਆਂ ਲਈ ਨਹੀਂ, ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ। ਅਤੇ ਮੈਂ ਸੋ ਤੁਹਾਡੀਆਂ ਜਾਨਾਂ ਲਈ ਬਹੁਤ ਆਨੰਦ ਨਾਲ ਖਰਚ ਕਰਾਂਗਾ, ਅਤੇ ਆਪ ਹੀ ਖਰਚ ਹੋ ਜਾਵਾਂਗਾ। ਅਤੇ ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ, ਤਾਂ ਭਲਾ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ? ਭਲਾ ਇਉਂ ਹੀ ਸਹੀ ਮੈਂ ਆਪੋ ਤੁਹਾਡੇ ਉੱਤੇ ਭਾਰੂ ਨਾ ਹੋਇਆ,
ਪਰ ਚਤਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ, ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਘੱਲਿਆ ਕਿ ਉਹਨਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਥੋਂ ਕੋਈ ਲਾਹਾ ਕੱਢ ਲਿਆ। ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਸ ਦੇ ਨਾਲ ਉਸ ਦੇ ਭਰਾ ਨੂੰ ਘੱਲਿਆ ਕਿ ਤੀਤੁਸ ਨੂੰ ਤੁਹਾਡੇ ਕੋਈ ਲਾਹਾ ਨਾ ਕੱਢਿਆ। ਭਲਾ ਅਸੀਂ ਇੱਕੋ ਆਤਮਾ ਤੋਂ ਹਾਂ ਅਤੇ ਇੱਕੋ ਲੀਹ ਤੋਂ ਨਹੀਂ ਚੱਲੇ। ਭਲਾ ਅਸੀਂ ਅੱਜ ਤੀਕਰ ਸਮਝਦੇ ਹਾਂ ਜੋ ਅਸੀਂ ਤੁਹਾਡੇ ਅੱਗੇ ਉਜ਼ਰ ਕਰਦੇ ਹਾਂ, ਅਸੀਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਪਰ ਹੇ ਪਿਆਰੋ, ਇਹ ਸਾਰੀਆਂ ਗੱਲਾਂ ਤੁਹਾਡੇ ਹੀ ਸੁਧਾਰ ਲਈ ਹਨ, ਕਿਉਂ ਜੋ ਮੈਂ ਡਰਦਾ ਹਾਂ ਭਾਈ ਕਿਤੇ ਇਉਂ ਨਾ ਹੋਵੇ ਜੋ ਮੈਂ ਆਣ ਕੇ ਇਹੋ ਜਿਹੇ ਤੁਹਾਨੂੰ ਚਾਹੁੰਦਾ ਹਾਂ ਜਿਹੋ ਜਿਹੇ ਨਾ ਪਾਵਾਂ, ਅਤੇ ਤੁਸੀਂ ਮੈਨੂੰ ਵੀ ਜਿਹੋ ਜਿਹਾ ਪਾਓ ਜਿਹੋ ਜਿਹਾ ਨਹੀਂ ਪਾਉਣਾ ਚਾਹੁੰਦੇ ਹੋ। ਅਤੇ ਮਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਕੋਰ ਮੋਸਰ, ਆਕੜਾ ਅਤੇ ਕਮਸਾਨ ਹੋਣ। ਔਰ ਅਜਿਹਾ ਨਾ ਹੋਵੇ ਭਾਈ ਮੈਂ ਜਦ ਫੇਰ ਆਵਾਂ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਅੱਗੇ ਹੌਲਿਆਂ ਪਾਵੇ ਅਤੇ ਮੈਂ ਉਹਨਾਂ ਵਿੱਚੋਂ ਬਾਲਿਆਂ ਦੇ ਲਈ ਸੋਗ ਕਰਾਂ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੀ ਗੰਦ ਮੰਦ ਅਤੇ ਹਰਾਮਕਾਰੀ ਅਤੇ ਲੁੱਚ ਪੁਣੇ ਤੋਂ ਤੌਬਾ ਨਾ ਕੀਤੀ ਹੋਵੇ। 13ਵਾਂ ਬਾਬ। ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਲੱਗਾ ਹਾਂ। 2 ਜਾਂ 3 ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਹੋ ਜਾਵੇਗੀ। ਮੈਂ ਅੱਗੇ ਕਹਿ ਚੁੱਕਿਆ ਹਾਂ, ਜਿਵੇਂ ਮੈਂ ਦੂਜੀ ਵਾਰ ਸਨਮੁਖ ਹੋ ਕੇ ਕਿਹਾ ਸੀ, ਤਿਵੇਂ ਹੁਣ ਵੀ ਪਰੋਖੇ ਹੋ ਕੇ ਉਹਨਾਂ ਨੂੰ ਜਿਨ੍ਹਾਂ ਅੱਗੇ ਪਾਪ ਕੀਤਾ ਹੈ ਰਹਿੰਦਿਆਂ ਸਭਨਾਂ ਨੂੰ ਅਗੇਤਾ ਆਖਦਾ ਹਾਂ ਭਾਈ ਜਦ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਾ। ਅਤੇ ਇਸ ਲਈ ਜੋ ਤੁਸੀਂ ਇਹਦਾ ਪ੍ਰਮਾਣ ਚਾਹੁੰਦੇ ਹੋ, ਭਾਈ ਮਸੀਹ ਮੇਰੇ ਵਿੱਚ ਬੋਲਦਾ ਹੈ, ਜਿਹੜਾ ਤੁਹਾਡੇ ਲਈ ਨਿਰਬਲ ਨਹੀਂ ਸਗੋਂ ਤੁਹਾਡੇ ਵਿੱਚ ਸਮਰਥ ਹੈ। ਉਹ ਨਿਰਬਲਤਾਈ ਕਰਕੇ ਸਲੀਬ ਉੱਤੇ ਚਾੜਿਆ ਗਿਆ ਅਤੇ ਪਰਮੇਸ਼ਵਰ ਦੀ ਸਮਰਥਾ ਕਰਕੇ ਜਿਉਂਦਾ ਹੈ, ਕਿਉਂ ਜੋ ਅਸੀਂ ਉਸ ਵਿੱਚ ਨਿਰਬਲ ਹਾਂ ਅਤੇ ਉਸ ਦੇ ਸੰਗ ਪਰਮੇਸ਼ਵਰ ਦੀ ਸਮਰਥਾ ਵਿੱਚ ਜੀਵਾਂਗੇ, ਜਿਹੜੀ ਤੁਹਾਡੇ ਲਈ ਹੈ। ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ, ਅਥਵਾ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਅਪਰਮਾਨ ਨਾ ਹੋ। ਪਰ ਮੈਨੂੰ ਆਸ ਹੈ ਜੋ ਤੁਸੀਂ ਮਾਲੂਮ ਕਰ ਲਓਗੇ ਭਾਈ ਅਸੀਂ ਅਪਰਮਾਨ ਨਹੀਂ। ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਜੋ ਕੁਝ ਬੁਰਾ ਨਾ ਕਰੋ, ਇਸ ਲਈ ਨਹੀਂ ਜੋ ਅਸੀਂ ਪ੍ਰਵਾਨ ਮਾਲੂਮ ਹੋਈਏ, ਪਰ ਇਸ ਲਈ ਜੋ ਤੁਸੀਂ ਭਲਾ ਕਰੋ, ਭਾਵੇਂ ਅਸੀਂ ਅਪਰਮਾਨ ਜਿਹੇ ਹੋਈਏ ਅਤੇ ਸੱਚਾਈ ਦੇ ਵਿਰੁੱਧ ਨਹੀਂ, ਸਗੋਂ ਸੱਚਾਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ। ਜਦ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ, ਅਸੀਂ ਆਨੰਦ ਹੁੰਦੇ ਹਾਂ ਅਤੇ ਇਹ ਪ੍ਰਾਰਥਨਾ ਵੀ ਕਰਦੇ ਹਾਂ ਭਾਈ ਤੁਸੀਂ ਸਿੱਧ ਹੋ ਜਾਓ। ਅਤੇ ਇਸ ਕਰਕੇ ਮੈਂ ਤੁਹਾਥੋਂ ਅੱਗੇ ਪਰੋਖੇ ਹੋ ਕੇ ਇਹ ਗੱਲਾਂ ਲਿਖਦਾ ਹਾਂ ਭਾਈ ਮੈਂ ਸਨਮੁਖ ਹੋ ਕੇ ਉਸ ਅਖਤਿਆਰ ਦੇ ਅਨੁਸਾਰ ਜੋ ਪ੍ਰਭੂ ਨੇ ਮੈਨੂੰ ਟਾਉਣ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ, ਸਖਤੀ ਨਾ ਕਰਾਂ। ਮੁਕਤੀ ਗੱਲ ਹੈ ਭਰਾਵੋ, ਆਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ। ਪਰਮੇਸ਼ਵਰ ਦੇ ਪ੍ਰੇਮ ਜੋ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ। ਤੁਸੀਂ ਪਵਿੱਤਰ ਚੁੰਮੇ ਨਾਲ ਹਰ ਇੱਕ ਦੀ ਸੁੱਖ ਸਾਂਦ ਪੁੱਛੋ, ਸਾਰੀ ਸੰਤ ਕਲੀਸਿਆ ਅਤੇ ਸਭ ਦੀ ਸੁੱਖ ਸਾਂਦ ਪੁੱਛੋ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਸਾਂ ਸਭਨਾਂ ਦੇ ਨਾਲ ਹੋਵੇ।